पंजाब की सियासत एक नवी पार्टी आई है लोक अधिकार लहर जी दावा कर रही है कि पंजाब की सियासत मुद्दों ते असीं लैके आवांगे। लोगों को लगता कि साडी लड़ाई लड़न वाले ये ने गल्लां भी इन्हां दियां सुनियां जा सकदियां पर वोटां तां कैप्टन सुखबीर जां केजरीवाल नूं पैणगीਆਂ। फिर तुहानूं लग रहा है कि हुण समा आ गया जी। ऐं समा कदे जय प्रकाश नारायण नूं लग्या होऊगा कि आ गया समा जी। ऐं समा इस देश की सियासत के अंदर आसाम च लग्या सीगा जी। इस तरह जो मनप्रीत बादल आए, इस तरह जो केजरीवाल आए, लोगों को तो हर बार मतलब जो तुहानूं लगदा गा कि ये समा आ गया शायद हुण रिस्पॉन्ड कर देणगे। ਕੀ ਤੁਸੀਂ ਇਸ ਗੱਲ ਦੀ ਖੁਦ ਮੁਖਤਿਆਰੀ ਚਾਹੁੰਦੇ ਹੋ ਵੀ ਤੁਸੀਂ ਜਿਹਦੇ ਸਿਰ ਤੇ ਹੱਥ ਧਰਦੇ ਹੋ ਤੇ ਉਹ ਬਾਦਸ਼ਾਹ ਬਣ ਜੇ, ਠੀਕ ਹੈ, ਤੇ ਤੁਸੀਂ ਲੋਕਾਂ ਨੂੰ ਰੱਜ ਕੇ ਲੁੱਟ ਸਕੋ। ਜਿਵੇਂ ਬੈਨ ਹੋਈ ਗੁਜਰਾਤ 'ਚ ਬੈਨ ਹੋਈ, ਬਿਹਾਰ 'ਚ ਬੈਨ ਹੋਈ, ਉੱਥੇ ਸ਼ਰਾਬ ਹੋਰ ਜ਼ਿਆਦਾ ਤਸਕਰੀ ਹੋਣ ਲੱਗੀ, ਸ਼ਰਾਬ ਦੀ ਹੋਰ ਜ਼ਿਆਦਾ ਦੇਸੀ ਕੱਢਣ ਲੱਗੇ ਲੋਕ। ਬਸ ਇਸੇ ਤਾਂ ਕਹਿੰਦੇ ਆ ਨਾ ਮਿਡੇਵਲ ਹਿਸਟਰੀ ਤੋਂ ਜੋ ਤੁਸੀਂ ਬਹੁਤ ਪਿੱਛੇ ਦੇਖਦੇ ਆ, ਤੁਸੀਂ ਤਾਂ 1919 'ਚ ਜਾਂਦੇ ਹੋ, ਤੁਸੀਂ 5-7 ਹਜ਼ਾਰ ਸਾਲ ਪਿੱਛੇ ਚਲੇ ਜਾਈਏ, ਉੱਥੇ ਵੀ ਮਦਰਾ ਦਾ ਜ਼ਿਕਰ ਹੈ, ਉੱਥੇ ਵੀ ਸੋਮਰਸ ਦਾ ਜ਼ਿਕਰ ਹੈਗਾ। ਅੱਜ ਅਧਿਆਪਕ ਜਿਹੜਾ ਹੈਗਾ ਉਹ ਸਵਾਏ ਪੜ੍ਹਾਈ ਤੋਂ ਬਾਕੀ ਸਾਰੇ ਕੰਮ ਉਹ ਤੋਂ ਲਏ ਜਾਂਦੇ ਹਨ। ਕਿਤੇ ਉਹ ਜਨਗਣਨਾ ਕਰ ਰਿਹਾ, ਕਿਤੇ ਉਹ ਵੋਟਾਂ ਬਣਾ ਰਿਹਾ, ਕਿਤੇ ਵੋਟਾਂ ਕਟਾ ਰਿਹਾ, ਕਿਤੇ ਮਤਲਬ ਅਵਾਰਾ ਪਸ਼ੂਆਂ ਦੀ ਗਿਣਤੀ ਕਰ ਰਿਹਾ, ਉਹਨੂੰ ਡਾਕੀਆ ਬਣਾਤਾ ਹੈ ਨਾ। ਤਾਂ ਉਹਨੂੰ ਸੜਕਾਂ ਤੇ ਲੈ ਆਂਦਾ ਵੀ ਇੱਕ ਅਧਿਆਪਕ 5000 ਹੀ ਹੈ, ਇੱਕ 10000 ਹੀ ਹੈ ਨਾ, ਇੱਕ 50000 ਲੈਂਦਾ, 1 ਲੱਖ ਲੈਂਦਾ। ਚੋਣਾਂ ਦੇ ਅੰਦਰ ਤੁਹਾਡਾ ਵਧੀਆ ਹੋਣਾ, ਵਧੀਆ ਤਾਂ ਇਸ ਦੇਸ਼ 'ਚ ਬਹੁਤ ਲੋਕ ਰਹੇ ਨੇ, ਵਧੀਆ ਬਹੁਤ ਪਾਰਟੀਆਂ ਰਹੀਆਂ ਵਿੱਚ ਜਿੱਦੀਆਂ ਨਹੀਂ ਰਹੀਆਂ। ਤੁਹਾਡਾ ਵਧੀਆ ਹੋਣਾ ਹੀ ਪੈਮਾਨਾ ਨਹੀਂ, ਉਹਦੇ 'ਚ ਬਹੁਤ ਸਾਰੇ ਫੈਕਟਰ ਨੇ। ਚੋਣਾਂ ਦੇ ਅੰਦਰ ਮਨੀ ਵੀ ਹੈ, ਮਸਲ ਵੀ ਹੈ। ਇਹਦਾ ਲਿੰਗ ਦੋਹਰੀ ਚੋਣ ਕਮਿਸ਼ਨ ਕਹਿੰਦਾ ਸੀ ਤਾਂ ਮਨੀ ਤੇ ਮਸਲ ਪਾਵਰ ਦੀ ਗੱਲ। ਜਿਹੜੇ ਇੱਕ ਹਲਕੇ ਤੇ ਬੰਦਾ 5-5 ਕਰੋੜ ਰੁਪਏ ਤਾਂ ਕਹਿੰਦੇ ਕੱਢੀ ਬੈਠੇ ਨੇ, ਕੱਢ ਕੇ ਰੱਖੀ ਬੈਠੇ ਨੇ ਬਹੁਤ ਸਾਰੀ ਪਾਰਟੀਆਂ ਦੇ ਐਮਐਲਏ, ਉਹਨਾਂ ਨਾਲ ਕਿਵੇਂ ਲੜੋਗੇ? 2022 ਚ ਲੋਕ ਰਿਸਪੌਂਸ ਨਹੀਂ ਕਰਦੇ, ਮੰਨ ਲਓ ਫਤਵਾ ਹੁੰਦਾ ਲੋਕਤੰਤਰ ਦੇ ਅੰਦਰ, ਲੜਾਈ ਜਾਰੀ ਰਹੇਗੀ ਜੀ, ਜਾਰੀ ਰਹੇ। ਆਪਦੇ ਘਰ ਲਈ ਲੜਨਾ ਹੈ, ਬਿਲਕੁਲ ਵੀ ਨਹੀਂ ਜੀ। ਨੌਕਰੀ ਜਿਹੜੀ ਹੈ ਫਿਰ ਕਿਉਂ ਨਹੀਂ ਕੀਤਾ ਲੋਕਾਂ ਨੇ ਰਿਸਪੌਂਸ? ਨਹੀਂ ਦੇਖੋ, ਸਵਾਲ ਇਹ ਅਸੀਂ ਕਹਾਂਗੇ ਵੀ ਸਾਡੇ 'ਚ ਕਮੀ ਰਹਿ ਗਈ ਕੋਈ, ਅਸੀਂ ਪੂਰੀ ਤਰ੍ਹਾਂ ਸਮਝਾ ਨਹੀਂ ਸਕੇ। ਤੁਸੀਂ ਲੇਟ ਨਹੀਂ ਹੋ ਗਏ, ਤੁਸੀਂ ਲੇਟ ਨਹੀਂ ਹੋ ਗਏ, ਬਿਲਕੁਲ ਨਹੀਂ। ਜਦੋਂ ਕੜਾਹਾ ਤੁਸੀਂ ਨਹੀਂ, ਤੁਸੀਂ 2017 ਤੋਂ ਕਿਉਂ ਨਹੀਂ ਸ਼ੁਰੂ ਹੋਏ? ਤੁਸੀਂ 17 ਤੋਂ ਸ਼ੁਰੂ ਹੋ ਜਾਂਦੇ, 22 ਤੱਕ ਆਉਂਦੇ ਤੁਹਾਡਾ ਕੁਛ ਨਾ ਕੁਛ। ਦੇਖੋ ਸਵਾਲ ਇਹ ਆਮ ਆਦਮੀ ਪਾਰਟੀ ਤੋਂ ਇੱਕ ਉਮੀਦ ਸੀ, ਠੀਕ ਹੈ, ਅਸੀਂ ਤਾਂ ਮਜਬੂਰੀ 'ਚ ਆਏ ਹਾਂ ਕਿ ਪੰਜਾਬ ਦੀਆਂ ਜ਼ਿਆਦਾਤਰ ਸੀਟਾਂ ਦੇ ਉੱਤੇ ਹਾਰ ਜਿੱਤ ਆ ਜਿਹੜੀ ਉਹ 1000 ਤੋਂ ਘੱਟ ਵੋਟਾਂ ਦੇ ਫਰਕ ਨਾਲ ਹੁੰਦੀ ਹੈ। ਠੀਕ ਹੈ, ਤੁਸੀਂ ਹਲਕੇ ਕੱਢ ਕੇ ਦੇਖ ਲਓ, ਪਿਛਲੀਆਂ ਚੋਣਾਂ ਦੇ ਰਿਜ਼ਲਟ ਕੱਢ ਕੇ ਦੇਖ ਲਓ, ਲੋਕ ਸਭਾ ਦੇ ਕੱਢ ਕੇ ਦੇਖ ਲਓ, ਵਿਧਾਨ ਸਭਾ ਦੇ ਹਲਕਿਆਂ ਮੁਤਾਬਕ। ਹਾਂਜੀ, ਤਾਂ ਉਹ ਤੁਹਾਨੂੰ ਸਪੋਇਲਰ ਗਿਣਦੇ ਨੇ ਕਿ ਸ਼ਰਤਾਂ ਤਾਂ ਕੁਛ ਉਹਨਾਂ ਦੀਆਂ ਹੋਣੀਆਂ, ਕੁਛ ਤੁਹਾਡੀਆਂ ਹੋਣੀਆਂ, ਤਾਂ ਛੱਡਣੀਆਂ ਪੈਂਦੀਆਂ ਨੇ ਨਾ ਜਦੋਂ ਸਮਝੌਤੇ ਹੁੰਦੇ ਨੇ। ਦੇਖੋ ਸਵਾਲ ਇਹ ਹੈ, ਲੋਕ ਰਾਜ ਤਾਂ ਸ਼ਰਤ ਹੈ ਨਾ, ਜੇ ਅਸੀਂ ਲੋਕਤੰਤਰਿਕ ਦੇਸ਼ 'ਚ ਰਹਿਣਾ ਹੈ, ਇਹ ਸ਼ਰਤ ਤਾਂ ਸਾਰਿਆਂ ਨੂੰ ਪ੍ਰਵਾਨ ਕਰਨੀ ਪਊ, ਮੁੱਢਲੀ ਹੈ। ਚੋਣਾਂ ਦੇ ਦਿਨਾਂ 'ਚ ਸਿਆਸੀ ਲੀਡਰ ਤੇ ਸਿਆਸੀ ਪਾਰਟੀਆਂ ਐਵੇਂ ਪੈਦਾ ਹੁੰਦੀਆਂ ਨੇ ਜਿਵੇਂ ਮੀਂਹ ਦੇ ਦਿਨਾਂ 'ਚ ਖੁੰਬਾਂ, ਜਿਵੇਂ ਮੀਂਹ ਦੀਆਂ ਖੁੰਬਾਂ ਨਹੀਂ ਰਹਿੰਦੀਆਂ, ਉਸੇ ਤਰ੍ਹਾਂ ਚੋਣਾਂ ਤੋਂ ਬਾਅਦ ਇਹ ਸਿਆਸੀ ਪਾਰਟੀਆਂ ਵੀ ਨਹੀਂ ਰਹਿੰਦੀਆਂ। ਪਰ ਪੰਜਾਬ ਦੀ ਸਿਆਸਤ 'ਚ ਇੱਕ ਨਵੀਂ ਪਾਰਟੀ ਆਈ ਹੈ ਲੋਕ ਅਧਿਕਾਰ ਲਹਿਰ ਜਿਹੜੀ ਦਾਵਾ ਕਰ ਰਹੀ ਹੈ ਕਿ ਪੰਜਾਬ ਦੀ ਸਿਆਸਤ ਮੁੱਦਿਆਂ ਤੇ ਅਸੀਂ ਲੈ ਕੇ ਆਵਾਂਗੇ। ਲੋਕਾਂ ਨਾਲ ਬਹੁਤ ਵਾਰ ਵਾਅਦੇ ਹੋਏ, ਲੋਕਾਂ ਦੇ ਦਿਲ ਵੀ ਟੁੱਟੇ, ਲੋਕ ਇਸੇ ਕਰਕੇ ਵਿਸ਼ਵਾਸ ਵੀ ਨਹੀਂ ਕਰਦੇ। ਸਾਡੇ ਨਾਲ ਬਲਵਿੰਦਰ ਸਿੰਘ ਨੇ ਲੋਕ ਅਧਿਕਾਰ ਲਹਿਰ ਦੇ ਸੀਨੀਅਰ ਆਗੂ, ਗੱਲਬਾਤ ਉਹਨਾਂ ਨਾਲ ਕਰਦੇ ਹਾਂ ਕਿ ਉਹਨਾਂ ਕੋਲ ਇਹੀ ਜੀ ਕਿਹੜੀ ਗਿੱਦੜ ਸਿੰਘੀ ਹੈ ਜਿਹੜੀ ਪੰਜਾਬ ਨੂੰ ਠੀਕ ਕਰ ਦੇਗੀ। ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਪ੍ਰੋ ਪੰਜਾਬ ਟੀਵੀ ਦਾ ਔਰ ਯਾਦਵਿੰਦਰ ਜੀ ਤੁਹਾਡਾ ਔਰ ਸਾਰੇ ਦਰਸ਼ਕਾਂ ਦਾ ਜਿਹੜੇ ਪ੍ਰੋ ਪੰਜਾਬ ਟੀਵੀ ਨੂੰ ਪਿਆਰ ਕਰਦੇ ਆ ਤੇ ਦੇਖਦੇ ਆ। ਤੁਹਾਡੇ ਤੇ ਕੋਈ ਯਕੀਨ ਕਿਉਂ ਕਰੇ? ਤੁਹਾਡੇ ਵਰਗੇ ਬਹੁਤ ਆਏ, ਬਹੁਤ ਗਏ, ਹਰ ਵਾਰ ਕਹਿੰਦੇ ਆ ਕਮਾਲ ਅਸੀਂ ਕਰਾਂਗੇ। ਬਹੁਤ ਲੋਕਾਂ ਨੇ ਆ ਕੇ ਪੰਜਾਬ 'ਚ ਕਿਹਾ। ਦੇਖੋ ਅਸੀਂ ਪੰਜਾਬ ਦੇ ਲੋਕਾਂ ਨੂੰ ਪਹਿਲੀ ਗੱਲ ਹੀ ਇਹ ਕਹਿੰਦੇ ਆ ਕਿ ਤੁਸੀਂ ਸਾਡੇ ਤੇ ਯਕੀਨ ਨਾ ਕਰੋ ਔਰ ਸਾਨੂੰ ਚੰਗੀ ਤਰ੍ਹਾਂ ਦੇਖੋ ਤੇ ਪਰਖੋ ਕਿ ਪਿਛਲੇ ਸਮੇਂ ਦੇ ਵਿੱਚ ਲੋਕ ਅਧਿਕਾਰ ਲਹਿਰ ਨੇ ਕੀ ਕੀਤਾ ਹੈ। ਮੈਨੂੰ ਲਗਭਗ 6 ਸਾਲ ਹੋ ਗਏ ਹੈ ਔਰ ਪੰਜਾਬ ਦਾ ਮੈਂ 1400 ਪਿੰਡ ਕੱਢਿਆ, ਮੈਂ ਤੇ ਮੇਰੇ ਸਾਥੀਆਂ ਨੇ ਜਿਹੜੇ ਕਿ ਸਰੀਰਕ ਪੱਖੋਂ ਅਪਾਹਜ ਸੀ। ਅਸੀਂ ਇੱਕ ਲੜਾਈ ਲੜੀ ਹੈ ਔਰ ਉਸ ਲੜਾਈ ਦੇ ਵਿੱਚ ਪੰਜਾਬ 'ਚ ਪੈਨਸ਼ਨ 250 ਰੁਪਏ ਜਿਹੜੀ 10 ਸਾਲ ਰਹਿੰਦੀ ਹੈ, ਅਸੀਂ 11 ਮਹੀਨਿਆਂ 'ਚ 750 ਰੁਪਏ ਕਰਾਈ ਅਤੇ ਅੱਜ ਸਰਕਾਰ ਨੇ ਉਸੇ ਦਬਾਅ ਕਰਕੇ ਇਸ ਮਹੀਨੇ ਤੋਂ ਪੈਨਸ਼ਨ 1500 ਰੁਪਇਆ ਕੀਤੀ। ਸੋ ਉਹ 27 ਲੱਖ ਲੋਕ ਲੈ ਰਹੇ ਹੈ। ਲੋਕ ਅਧਿਕਾਰ ਲਹਿਰ ਦੇ ਨਾਲ ਜੁੜੇ ਹੋਏ ਇੱਕ ਇੱਕ ਬੰਦੇ ਨੂੰ ਪਰਖਣਾ ਜ਼ਰੂਰੀ ਹੈ, ਭਾਵੇਂ ਉਹ ਸਰਦਾਰ ਬਲਦੇਵ ਸਿੰਘ ਸਰਾਂ ਹੋਵੇ, ਉਹਦਾ 40 ਸਾਲਾਂ ਦਾ ਜੀਵਨ ਬਿਜਲੀ ਵਿਭਾਗ ਦੇ ਵਿੱਚ ਦੇਖਿਆ ਜਾ ਸਕਦਾ ਹੈ, ਇੱਕ SDO ਤੋਂ ਲੈ ਕੇ ਚੇਅਰਮੈਨ ਤੱਕ।
ਇਸੇ ਤਰ੍ਹਾਂ ਡਾਕਟਰ ਰਣਜੀਤ ਸਿੰਘ ਘੁੰਮਣ ਨੇ, ਜਿਹੜੇ ਕਿ ਲੋਕ ਅਧਿਕਾਰ ਲਹਿਰ ਲਈ ਉਹਨਾਂ ਨੇ ਆਪਣੀ ਕ੍ਰਿਕਟ ਦੀ ਨੌਕਰੀ ਛੱਡ ਦਿੱਤੀ ਹੈ। ਸੋ ਉਹਨਾਂ ਦਾ ਜੀਵਨ ਇੱਕ ਆਰਥਿਕ ਮਾਹਰ ਵਜੋਂ ਦੇਖਿਆ ਜਾ ਸਕਦਾ ਹੈ, ਚਾਹੇ ਕਿਸਾਨੀ ਹੋਵੇ ਚਾਹੇ ਵਪਾਰ ਹੋਵੇ। ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਹਮੇਸ਼ਾ ਸਰਕਾਰ ਨੂੰ ਤੇ ਲੋਕਾਂ ਨੂੰ ਮਿਲਦੀਆਂ। ਇਹ ਤਾਂ ਵਿਅਕਤੀਆਂ ਦੀ ਗੱਲ ਹੋ ਗਈ। ਅਸਲ 'ਚ ਹੁੰਦਾ ਕੀ ਹੈ ਕਿ ਚਾਹੇ ਕਲਾਕਾਰ ਹੋਣ ਚਾਹੇ ਵਿਦਵਾਨ ਹੋਣ, ਇਹਨਾਂ ਨੂੰ ਸੁਣ ਤਾਂ ਲੈਂਦੇ ਆ ਲੋਕ ਜੀ। ਇਹਨਾਂ ਲੋਕਾਂ ਨੂੰ ਲੱਗਦਾ ਕਿ ਸਾਡੀ ਲੜਾਈ ਲੜਨ ਵਾਲੇ ਇਹ ਨੇ, ਗੱਲਾਂ ਵੀ ਇਹਨਾਂ ਦੀਆਂ ਸੁਣੀਆਂ ਜਾ ਸਕਦੀਆਂ, ਪਰ ਵੋਟਾਂ ਤਾਂ ਕੈਪਟਨ ਸੁਖਬੀਰ ਜਾਂ ਕੇਜਰੀਵਾਲ ਨੂੰ ਪੈਣਗੀਆਂ। ਦੇਖੋ, ਸਵਾਲ ਇਹ ਹੈ ਕਿ ਕੈਪਟਨ ਸੁਖਬੀਰ ਤੇ ਕੈਪਟਨ ਕੇਜਰੀਵਾਲ, ਇਹਨਾਂ ਤੋਂ ਲੋਕ ਰੱਜ ਚੁੱਕੇ ਨੇ ਔਰ ਇੱਥੋਂ ਤੱਕ ਰੱਜ ਚੁੱਕੇ ਨੇ ਕਿ ਅੱਜ ਹਾਲਾਤ ਇਹ ਹੈ ਕਿ ਨਾ ਕੋਈ ਮਜ਼ਦੂਰਾਂ ਨੂੰ ਆਸ ਹੈ, ਨਾ ਕਿਸਾਨਾਂ ਨੂੰ ਆਸ ਹੈ, ਨਾ ਮੁਲਾਜ਼ਮਾਂ ਨੂੰ ਆਸ ਹੈ, ਤੇ ਨਾ ਹੀ ਪੰਜਾਬ ਦੇ ਕਿਸੇ ਵੀ ਇੱਥੇ ਰਹਿਣ ਵਾਲੇ ਨਾਗਰਿਕ ਨੂੰ ਕੋਈ ਸੁਰੱਖਿਆ ਮਹਿਸੂਸ ਹੁੰਦੀ ਹੈ। ਸੜਕਾਂ ਤੇ ਜਾਂਦੇ ਹੋ ਤੁਸੀਂ, ਅਵਾਰਾ ਪਸ਼ੂ ਤੇ ਨਸ਼ੇੜੀ ਜਾਂ ਲੁਟੇਰੇ ਤੁਹਾਡਾ ਸਵਾਗਤ ਕਰਦੇ ਆ। ਸੋ ਅੱਜ ਪੰਜਾਬ ਦੇ ਐਸੇ ਹਾਲਾਤ ਨੇ ਕਿ ਲੋਕਾਂ ਨੇ ਪੰਜਾਬ ਨੂੰ ਛੱਡ ਕੇ ਭੱਜਣਾ ਸ਼ੁਰੂ ਕਰ ਦਿੱਤਾ ਹੈ। ਸੋ ਹੁਣ ਲੋਕ ਇੱਕ ਸੰਜੀਦਾ ਰਾਜਨੀਤੀ ਦੀ ਮੰਗ ਕਰਦੇ ਆ। ਤਾਂ ਹੁਣ ਉਹ ਸਮਾਂ ਆ ਗਿਆ ਜਦੋਂ ਪੰਜਾਬ ਦੇ ਲੋਕ ਵਿਦਵਤਾ ਭਰਪੂਰ ਜਿਹੜੇ ਲੋਕ ਨੇ ਜਾਂ ਪੰਜਾਬ ਪ੍ਰਤੀ ਸੰਜੀਦਾ ਨੇ, ਉਹਨਾਂ ਵੱਲ ਉਹਨਾਂ ਨੇ ਦੇਖਣਾ ਸ਼ੁਰੂ ਕੀਤਾ ਹੈ। ਤਾਂ ਲੋਕ ਅਧਿਕਾਰ ਲਹਿਰ ਇੱਕ ਉਹ ਕਨਸੈਪਟ ਲੈ ਕੇ ਆਈ ਹੈ ਜਿਹੜੀਆਂ ਹੁਣ ਤੱਕ ਚੱਲ ਰਹੀਆਂ ਸਾਰੀਆਂ ਭ੍ਰਿਸ਼ਟ ਰਾਜਨੀਤਿਕ ਵਿਵਸਥਾ ਦੇ ਮੂਹਰੇ ਹਿੱਕ ਢਾ ਕੇ ਖੜਦਾ ਹੈ ਅਤੇ ਇੱਕ ਬਨੌਟੀ ਲੋਕਤੰਤਰ ਦੀ ਥਾਂ ਤੇ ਅਸਲ ਲੋਕ ਰਾਜ ਦੀ ਗੱਲ ਕਰਦਾ ਹੈ। ਜਿਵੇਂ ਤੁਹਾਨੂੰ ਲੱਗ ਰਿਹਾ ਹੈਗਾ ਕਿ ਹੁਣ ਸਮਾਂ ਆ ਗਿਆ ਜੀ, ਐਂ ਸਮਾਂ ਕਦੇ ਜੈ ਪ੍ਰਕਾਸ਼ ਨਾਰਾਇਣ ਨੂੰ ਲੱਗਿਆ ਹੋਊਗਾ ਕਿ ਆ ਗਿਆ ਸਮਾਂ ਜੀ, ਐਂ ਸਮਾਂ ਇਸ ਦੇਸ਼ ਦੀ ਸਿਆਸਤ ਦੇ ਅੰਦਰ ਅਸਾਮ 'ਚ ਲੱਗਿਆ ਸੀਗਾ ਜੀ। ਇਸੇ ਤਰ੍ਹਾਂ ਜਦੋਂ ਮਨਪ੍ਰੀਤ ਬਾਦਲ ਆਏ, ਇਸੇ ਤਰ੍ਹਾਂ ਜਦੋਂ ਕੇਜਰੀਵਾਲ ਆਏ, ਲੋਕਾਂ ਨੂੰ ਤਾਂ ਹਰ ਵਾਰ ਜਿਹੜਾ ਤੁਹਾਨੂੰ ਲੱਗਦਾਗਾ ਕਿ ਇਹ ਸਮਾਂ ਆ ਗਿਆ, ਸ਼ਾਇਦ ਹੁਣ ਰਿਸਪੌਂਡ ਕਰ ਦੇਣਗੇ। ਬਹੁਤ ਸਾਰੇ ਲੋਕ ਨੇ ਇੱਥੇ ਪੰਜਾਬ ਜਿਨ੍ਹਾਂ ਨੇ ਐਕਸਪੈਰੀਮੈਂਟ ਕੀਤੇ ਪਰ ਪਾਸ ਨਹੀਂ ਹੋਏ। ਦੇਖੋ, ਸਵਾਲ ਇਹ ਹੈ ਕਿ ਲੋਕਾਂ ਨੇ ਤਾਂ ਹਮੇਸ਼ਾ ਰਿਸਪੌਂਡ ਕੀਤਾ ਹੈ। ਤੁਸੀਂ ਗੱਲ ਕਰੋ ਲੋਕ ਭਲਾਈ ਪਾਰਟੀ ਦੀ, ਆਪਾਂ ਪੰਜਾਬ ਦੀ ਗੱਲ ਲੈਂਦੇ ਹਾਂ ਤਾਂ ਬਲਵੰਤ ਸਿੰਘ ਰਾਮੂਵਾਲੀਏ ਦਾ ਲੋਕਾਂ ਨੇ ਰੱਜ ਕੇ ਸਾਥ ਦਿੱਤਾ। ਡੋਲਿਆ ਕੌਣ? ਬਲਵੰਤ ਸਿੰਘ ਰਾਮੂਵਾਲੀਆ। ਜਿਸ ਵੇਲੇ ਪੀਪੀ ਪਾਰਟੀ ਸ਼ੁਰੂ ਹੋਈ ਉਸ ਵੇਲੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਮਗਰ ਲੱਖਾਂ ਲੋਕ ਜਿਹੜੇ ਸੀਗੇ ਉਹ ਖਟਕੜ ਕਲਾਂ ਪੁੱਜੇ ਔਰ ਉਹਨਾਂ ਨੇ ਵੀ ਮਿੱਟੀ ਖਾ ਕੇ, ਮਿੱਟੀ ਮੱਥੇ ਨੂੰ ਲਾ ਕੇ, ਜਾਣੀ ਕਈ ਤਰ੍ਹਾਂ ਦੀਆਂ ਸੌਹਾਂ ਖਾਧੀਆਂ। ਤਾਂ ਲੋਕਾਂ ਨੇ ਤਾਂ ਹਮੇਸ਼ਾ ਸਾਥ ਦਿੱਤਾ। ਅਰਵਿੰਦ ਕੇਜਰੀਵਾਲ ਜੀ ਨੇ ਸਵਰਾਜ ਦੀ ਗੱਲ ਕੀਤੀ ਤਾਂ 2014 ਦੇ ਵਿੱਚ ਆਮ ਆਦਮੀ ਪਾਰਟੀ ਨੂੰ 4 MP ਦੀਆਂ ਸੀਟਾਂ ਤੇ 52 ਹਲਕਿਆਂ ਦੇ ਵਿੱਚ ਲੋਕਾਂ ਨੇ ਵਾਧਾ ਦਿੱਤਾ। ਦੇਖੋ, ਨਾ ਤਾਂ ਲੋਕ ਵਿਕਾਊ ਨੇ, ਲੋਕ ਅਧਿਕਾਰ ਲਹਿਰ ਦਾ ਮੰਨਣਾ ਇਹ ਹੈ, ਲੀਡਰ ਵਿਕਾਊ ਨੇ, ਲੋਕ ਵਿਸ਼ਵਾਸ ਕਰਦੇ ਨੇ, ਅੱਗੋਂ ਲੀਡਰ ਡੋਲ ਜਾਂਦੇ ਆ। ਜਿਵੇਂ ਜੋਗਿੰਦਰ ਯਾਦਵ ਨੇ ਐਕਸਪੈਰੀਮੈਂਟ ਕੀਤਾ ਨੈਸ਼ਨਲ ਲੈਵਲ ਤੇ, ਉਹਨਾਂ ਨੂੰ ਵੀ ਕੋਈ ਰਿਸਪੌਂਸ ਦਿੱਤਾ ਲੋਕਾਂ? ਦੇਖੋ, ਸਵਾਲ ਇਹ ਹੈ ਜੋਗਿੰਦਰ ਯਾਦਵ ਹੋਰਾਂ ਨੇ ਜਿਹੜਾ ਯਤਨ ਕੀਤਾ ਉਸ ਯਤਨ ਦੇ ਵਿੱਚ ਕੁਝ ਕਮੀਆਂ ਰਹੀਆਂ ਹੋਣਗੀਆਂ ਕਿਉਂਕਿ ਉਸ ਵੇਲੇ ਅਰਵਿੰਦ ਕੇਜਰੀਵਾਲ ਨੂੰ ਲੋਕਾਂ ਨੇ ਪਰਖਿਆ ਨਹੀਂ ਸੀ। ਉਸ ਵੇਲੇ ਅਰਵਿੰਦ ਕੇਜਰੀਵਾਲ ਤੇ ਜ਼ਿਆਦਾ ਭਰੋਸਾ ਵੱਜਦਾ ਸੀ। ਅਰਵਿੰਦ ਕੇਜਰੀਵਾਲ ਨੇ ਲੋਕਪਾਲ ਦੀ ਗੱਲ ਕੀਤੀ ਔਰ ਸਰਕਾਰ ਗਰਾਈ ਜਿਹੜੀ ਕਾਂਗਰਸ ਦੇ ਨਾਲ ਸੀਗੀ, ਪਰ ਲੋਕਪਾਲ ਅੱਜ ਤੱਕ ਨਹੀਂ ਬਣਿਆ। ਉਹਨਾਂ ਨੇ ਗੱਲ ਕੀਤੀ ਕਿ ਅਸੀਂ ਬਿਜਲੀ ਕੰਪਨੀਆਂ ਦਾ ਆਡਿਟ ਕਰਾਵਾਂਗੇ, ਅੱਜ ਤੱਕ ਨਹੀਂ ਹੋਇਆ। ਉਹਨਾਂ ਦੀ ਜੇਬ ਦੇ ਵਿੱਚ ਅਬਾਨੀਆਂ ਅਡਾਨੀਆਂ ਦੇ ਜਿਹੜੇ ਸੀਗੇ ਉਹ ਮਤਲਬ ਖਾਤਿਆਂ ਦੇ ਨੰਬਰ ਹੁੰਦੇ ਸੀ, ਯਾਦ ਕਰੋ, ਹਨਾ, ਪੱਤਰਕਾਰਾਂ ਨੇ ਦਿਖਾਏ ਹੈ, ਤੇ ਉਹ ਕਿਤੇ ਗਵਾਚ ਗਏ। ਸੋ ਦਿੱਲੀ ਦੇ ਵਿੱਚ ਉਹਨਾਂ ਦੇ ਦੁਬਾਰਾ ਆਉਣ ਦਾ ਕਾਰਨ ਜਿਹੜਾ ਹੈਗਾ ਉਹ ਭਾਜਪਾ ਦਾ ਤੇ ਕਾਂਗਰਸ ਪਾਰਟੀ ਦਾ ਕੁਸ਼ਾਸਨ ਜਿਹੜਾ ਹੈਗਾ, ਉਸ ਕਰਕੇ ਲੋਕਾਂ ਨੇ ਇੱਕ ਉਮੀਦ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਦੁਬਾਰਾ ਲੈ ਕੇ ਆਂਦਾ ਜਾਂ ਤੀਸਰੀ ਵਾਰ ਲੈ ਕੇ ਆਂਦਾ। ਪਰ ਪੰਜਾਬ ਦੇ ਵਿੱਚ ਜਿਹੜੀ ਉਹਨਾਂ ਦੀ ਹਾਲਤ ਹੈ, 4 MP ਦੀਆਂ ਸੀਟਾਂ ਦਿੱਤੀਆਂ, ਤੁਸੀਂ ਚਾਰਾਂ ਦੀ ਮੈਨੂੰ ਇਕੱਠਿਆਂ ਦੀ ਫੋਟੋ ਵਿਖਾ ਦਿਓ ਹੱਸਦਿਆਂ ਦੀ ਅਰਵਿੰਦ ਕੇਜਰੀਵਾਲ ਨਾਲ ਬੈਠਿਆ, ਉਹਨੇ ਚਾਰੇ ਇਕੱਠੇ ਨਹੀਂ ਹੋਣ ਦਿੱਤੇ। ਠੀਕ ਹੈ, ਉਸ ਤੋਂ ਬਾਅਦ ਲੋਕਾਂ ਨੇ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਜਿਹੜਾ ਹੈਗਾ ਉਹ ਸਨਮਾਨ ਦਿੱਤਾ ਔਰ ਵਿਰੋਧੀ ਧਿਰ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਦੱਸ ਦਿਓ ਵੀ ਕਿੰਨੇ ਧੜੇ ਸੀਗੇ, ਕਿੰਨੇ ਗਰੁੱਪ ਸੀਗੇ, ਤਾਂ ਕਿਸ ਤਰ੍ਹਾਂ ਇੱਕ ਬੰਦੇ ਨੂੰ ਕਰਕੇ ਅਰਵਿੰਦ ਕੇਜਰੀਵਾਲ ਜੀ ਨੇ ਛਾਂਗਤਾ। ਸੋ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਆਪਾਂ ਇਹ ਕਹਿ ਲਈਏ ਵੀ ਜਿਹੜਾ ਬੰਦਾ ਇੱਕ 3 ਵੀਲਰ ਨਹੀਂ ਚਲਾ ਸਕਦਾ, ਉਹਨੂੰ ਹੁਣ ਲੋਕ ਬੱਸ ਫੜਾਉਣ ਦੇ ਮੂਡ 'ਚ ਨਹੀਂ ਹੈਗੇ। ਸੋ ਅਸੀਂ ਲੋਕ ਅਧਿਕਾਰ ਲਹਿਰ ਨੇ ਕੋਈ ਸਿਆਸਤ ਦੇ ਵਿੱਚ ਆਉਣ ਦਾ ਕੋਈ ਮਨ ਨਹੀਂ ਸੀ। ਸੋ ਅਸੀਂ ਜਿੰਨੇ ਕੁ ਲੋਕ ਵੀ ਜੁੜੇ ਆ ਆਪਸ ਦੇ ਵਿੱਚ, ਅਸੀਂ ਆਮ ਨਾਗਰਿਕ ਹਾਂ ਔਰ ਅਸੀਂ ਹਤਾਸ਼ ਹੋ ਕੇ ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਤੋਂ ਲੋਕਾਂ ਨੂੰ ਇੱਕ ਆਵਾਜ਼ ਮਾਰੀ ਹੈ ਕਿ ਆਓ ਆਪਣੇ ਪਿੰਡ ਨੂੰ, ਆਪਣੇ ਮਹੱਲੇ ਨੂੰ ਮੋਰਚਾ ਬਣਾ ਲਓ, ਹਲਕੇ ਨੂੰ ਕਿਲ੍ਹਾ ਬਣਾ ਲਓ, ਕਿਉਂਕਿ ਅੱਜ ਸਾਡੀ ਪਰ ਚਲੋ ਇਹ ਗੱਲ ਤੁਹਾਡੀ ਮੰਨ ਲੈਂਦੇ ਆ, ਪਰ ਆਪਾਂ ਕਹਿ ਰਹੇ ਕਿ ਸੈਂਟਰ ਸਟੇਟ ਰਿਲੇਸ਼ਨ 'ਚ ਇੱਕ ਫੈਡਰਲ ਸਿਸਟਮ ਆ, ਉਹਦੇ 'ਚ ਕਿਹਾ ਜਾਂਦਾ ਸਾਰੀ ਪਾਵਰ ਤਾਂ ਸੈਂਟਰ ਕੋਲ ਆ ਗਈ, ਸਟੇਟ ਕੋਲੇ ਜਦੋਂ ਕੁਝ ਹੋਊਗਾ ਹੀ ਨਹੀਂ, ਸਟੇਟ ਕੀ ਕਰ ਲੂਗੀ। ਉਹ ਤੋਂ ਪਹਿਲਾਂ ਪੰਜਾਬ ਦੇ ਅੰਦਰ ਤਾਂ ਇੱਕ ਲੰਬੀ ਲੜਾਈ ਰਹੀ ਹੈ ਨਾ। ਅਨੰਦਪੁਰ ਦੇ ਮਤੇ ਦੀ ਗੱਲ ਕਰ ਲਓ ਜਾਂ ਉਦੋਂ ਪਹਿਲਾਂ ਰਾਜਾਂ ਦੇ ਵੱਧ ਅਧਿਕਾਰ ਦੀ ਗੱਲ ਕਰ ਲਓ, ਕਿਸੇ ਸਿਰੇ ਤਾਂ ਨਹੀਂ ਲੱਗੀਆਂ ਗੱਲਾਂ।
ਯਾਨੀ ਜੇ ਮੰਨ ਲਓ ਤੁਸੀਂ ਸੱਤਾ 'ਚ ਵੀ ਆ ਜਾਓਗੇ, ਤੁਸੀਂ ਇਹੋ ਜਿਹਾ ਕਿਹੜਾ ਮਤਲਬ ਤੁਹਾਡੇ ਕੋਲੇ ਜਾਦੂ ਦੀ ਛੜੀ ਹੋਊਗੀ, ਕਿਹੜੀ ਤੁਹਾਡੇ ਕੋਲ ਇਹੀ ਜੀ ਗੱਲ ਹੋਊ ਜਿਹਦੇ ਕਰਕੇ ਤੁਸੀਂ ਸਿਸਟਮ ਠੀਕ ਕਰ ਦੋਗੇ? ਭ੍ਰਿਸ਼ਟਾਚਾਰ ਤੇ ਮਤਲਬ ਭ੍ਰਿਸ਼ਟਾਚਾਰ ਠੀਕ ਕਰਕੇ ਤਾਂ ਸਭ ਠੀਕ ਨਹੀਂ ਹੋ ਜਾਊਗਾ ਨਾ। ਦੇਖੋ ਸਵਾਲ ਇਹ ਹੈ ਕਿ ਫੈਡਰਲ ਸਿਸਟਮ ਦੀ ਜਿਹਦੀ ਗੱਲ ਕਰਦੇ ਹੋ ਤੁਸੀਂ, ਜਾਂ ਖੁਦ ਮੁਖਤਿਆਰੀ ਰਾਜਾਂ ਦੀ ਗੱਲ ਕਰਦੇ ਹੋ, ਇਹ ਖੁਦ ਮੁਖਤਿਆਰੀ ਸ਼ੁਰੂ ਕਿੱਥੋਂ ਹੁੰਦੀ ਹੈ? ਕੀ ਤੁਸੀਂ ਇਸ ਗੱਲ ਦੀ ਖੁਦ ਮੁਖਤਿਆਰੀ ਚਾਹੁੰਦੇ ਹੋ ਵੀ ਤੁਸੀਂ ਜਿਹਦੇ ਸਿਰ ਤੇ ਹੱਥ ਧਰਦੇ ਹੋ ਤੇ ਉਹ ਬਾਦਸ਼ਾਹ ਬਣ ਜੇ, ਠੀਕ ਹੈ, ਤੇ ਤੁਸੀਂ ਲੋਕਾਂ ਨੂੰ ਰੱਜ ਕੇ ਲੁੱਟ ਸਕੋ? ਕੀ ਇਹ ਖੁਦ ਮੁਖਤਿਆਰੀ ਇਸ ਗੱਲ ਦੀ ਹੁੰਦੀ ਹੈ ਵੀ ਸਾਰੀ ਰੋਡਵੇਜ ਤਬਾਹ ਕਰਕੇ ਆਪਦੀਆਂ ਬੱਸਾਂ ਪਾ ਲਓ? ਕੀ ਇਹ ਖੁਦ ਮੁਖਤਿਆਰੀ ਇਹ ਹੁੰਦੀ ਹੈ ਕਿ ਮੈਂ ਜੋ ਚਾਹਾਂ ਉਹ ਕਰਾਂ? ਬੇਸਿਕਲੀ ਖੁਦ ਮੁਖਤਿਆਰੀ ਤੁਸੀਂ ਜਿਸ ਤਰ੍ਹਾਂ ਲੋਕ ਅਧਿਕਾਰ ਕਹਿ ਰਹੀ ਹੈ ਕਿ ਹਲਕੇ ਦੇ ਲੋਕਾਂ ਨੂੰ ਖੁਦ ਮੁਖਤਿਆਰੀ ਹੈ ਕਿ ਉਹ ਆਪਦਾ ਨੁਮਾਇੰਦਾ ਚੁਣਨ। ਹੁਣ ਲੋਕ ਰਾਜ ਹੈ, ਨੁਮਾਇੰਦਾ ਚੁਣ ਲੈਣਗੇ। ਮੈਂ ਕਹਿੰਦਾ ਪੈਸਾ ਕਿੱਥੋਂ ਆਊਗਾ? ਮੈਂ ਇਹ ਪੁੱਛ ਰਿਹਾ ਤੁਹਾਡੇ ਤੋਂ, ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ ਹੈਗਾ, ਇਹ ਕਿਵੇਂ ਲਾਹੋਗੇ? ਲੋਕ ਅਧਿਕਾਰ ਲਹਿਰ ਕਿਵੇਂ ਲਾਉ ਜੀ ਸੱਤਾ ਚ ਆਏ? ਦੇਖੋ ਸਵਾਲ ਇਹ ਹੈ, ਰੇਤਾ ਬਜਰੀ, ਸ਼ਰਾਬ, ਟਰਾਂਸਪੋਰਟ ਤੇ ਬਿਜਲੀ ਦਾ ਉਤਪਾਦਨ, ਇਹ 4 ਚੀਜ਼ਾਂ ਜਿਨ੍ਹਾਂ ਦੇ ਨਾਲ ਪੈਸਾ ਸਰਕਾਰੀ ਖਜ਼ਾਨੇ 'ਚ ਜਾ ਸਕਦਾ ਹੈ। ਪੰਜਾਬ ਦੇ ਵਿੱਚ 2014 ਚ RTI ਪਾ ਕੇ ਪੁੱਛਿਆ ਸੀ, 1008 ਕ੍ਰੈਸ਼ਰ ਸੀ। ਇੱਕ ਕ੍ਰੈਸ਼ਰ ਦੀ ਕਪੈਸਿਟੀ 100 ਟਰੱਕ ਕੱਢਣ ਦੀ ਹੁੰਦੀ ਹੈ। ਆਪਾਂ 50 ਵੀ ਲਾ ਲਈਏ ਤਾਂ 50,000 ਟਰੱਕ ਬਜਰੀ ਦਾ ਰੋਜ਼ ਨਿਕਲਦਾ ਸੀ। ਇੱਕ ਟਰੱਕ ਚੋਂ 6,000 ਰੁਪਇਆ ਗੁੰਡਾ ਟੈਕਸ ਲਿਆ ਜਾਂਦਾ ਹੈ, 30 ਕਰੋੜ ਰੁਪਇਆ ਬਣ ਗਿਆ। ਔਰ ਇੱਕ ਬੱਠਲ ਜੇ ਬਜਰੀ ਦਾ ਤੇ 3 ਬਰੇਤੀ ਦੇ ਪੈਂਦੇ ਆ। 100 ਕਰੋੜ ਦਾ ਰੇਤਾ ਤੇ ਬਜਰੀ ਲੁੱਟਣ ਵਾਲਿਆਂ ਦੀ ਗਿਣਤੀ ਪੰਜਾਬ 'ਚ 300 ਤੋਂ ਵੱਧ ਨਹੀਂ। ਹੁਣ ਤਾਂ ਪਰਮਜੀਤ ਸਿੱਧਵਾਂ ਵਰਗਿਆਂ ਨੇ ਇਹ ਵੀ ਦੱਸਤਾ ਹੈ ਕਰਫਿਊ ਸਾਹਿਬ ਕਿ ਕਿਹੜੀ ਕੋਠੀ 'ਚੋਂ ਸਮਝੌਤੇ ਹੁੰਦੇ ਆ, ਸਰਕਾਰਾਂ ਬਦਲ ਜਾਂਦੀਆਂ, ਉਹ ਕੋਠੀ ਨਹੀਂ ਚੰਡੀਗੜ੍ਹ ਦੀ ਬਦਲੀ। ਸੋ ਸਵਾਲ ਇਹ ਹੈ ਕਿ ਰੇਤਾ ਬਜਰੀ ਸ਼ਰਾਬ ਟਰਾਂਸਪੋਰਟ ਦੇ ਨਾਲ 36,000 ਕਰੋੜ ਰੁਪਇਆ ਸਰਕਾਰ 'ਚ ਹੋਰ ਰੈਵਨਿਊ ਆ ਸਕਦਾ ਹੈ, ਜਿਹੜਾ ਅੱਜ ਸਾਲਾਨਾ 1000 ਕਰੋੜ ਰੁਪਇਆ ਵੀ ਨਹੀਂ ਆਉਂਦਾ। ਇਸੇ ਤਰ੍ਹਾਂ ਸ਼ਰਾਬ ਦੇ ਠੇਕਿਆਂ ਦੀ ਗੱਲ ਮੰਤਰੀ ਤੋਂ ਪੁੱਛਿਆ ਸੀ, ਮੰਤਰੀ ਹੋਰਾਂ ਨੇ ਕਿਹਾ ਕਿ ਜਿੰਨਾ ਅਸੀਂ ਵਧਾ ਸਕਦੇ ਸੀ ਵੱਧ ਤੋਂ ਵੱਧ ਵਧਾਇਆ ਹੈਗਾ। ਨਹੀਂ, ਲੋਕਾਂ ਨੂੰ ਜਦੋਂ ਕਹਿੰਦੇ ਪ੍ਰੈਕਟਿਸ ਚੋਂ, ਕਹਿੰਦੇ ਪ੍ਰੈਕਟੀਕਲੀ ਅਸੀਂ ਬੈਠੇ ਆ, ਪ੍ਰੈਕਟੀਕਲੀ ਕਰ ਰਹੇ ਆਂਗੇ, ਇਸ ਕਰਕੇ ਸੰਭਵ ਹੀ ਨਹੀਂ ਹੈਗਾ। ਉਹਨਾਂ ਨੂੰ ਸਵਾਲ ਕੀਤੇ ਸੀ ਜਦੋਂ ਸੁਖਬੀਰ ਬਾਦਲ ਨੇ ਸਵਾਲ ਖੜੇ ਕੀਤੇ। ਦੇਖੋ ਪ੍ਰੈਕਟੀਕਲੀ ਸਵਾਲ ਇਹ ਹੈ ਕਿ ਪ੍ਰੈਕਟੀਕਲੀ ਤਾਮਿਲਨਾਡੂ ਦੇ ਵਿੱਚ ਸ਼ਰਾਬ ਦੇ ਠੇਕਿਆਂ ਤੋਂ ਰੈਵਨਿਊ 31,000 ਕਰੋੜ ਰੁਪਇਆ, ਉਹ ਤਾਂ ਪ੍ਰੈਕਟੀਕਲੀ ਹੈ ਨਾ, ਤੁਸੀਂ ਮੰਨਦੇ ਆ। ਔਰ ਪੰਜਾਬ ਦੇ ਵਿੱਚ ਉਸ ਤੋਂ ਦੁੱਗਣੀ ਸ਼ਰਾਬ ਪੀਤੇ ਜਾਣ ਦੇ ਬਾਵਜੂਦ ਵੀ ਰੈਵਨਿਊ ਕਦੇ 5,000 ਕਰੋੜ ਤੋਂ ਨਹੀਂ ਵਧਿਆ। ਜ਼ਹਿਰੀਲੀ ਸ਼ਰਾਬ ਦੇ ਨਾਲ ਕਿੰਨੀਆਂ ਮੌਤਾਂ ਹੋਈਆਂ ਹਰ ਰੋਜ਼, ਮਤਲਬ ਜਿਹੜੀਆਂ ਜ਼ਹਿਰੀਲੀ ਸ਼ਰਾਬ ਦੀਆਂ ਫੈਕਟਰੀਆਂ ਉਹ ਪੱਤਰਕਾਰਾਂ, ਤੁਹਾਡੇ ਵਰਗੇ ਖੋਜੀ ਪੱਤਰਕਾਰਾਂ ਰਾਹੀਂ ਬਾਹਰ ਲਿਆਂਦੀਆਂ ਜਾਂਦੀਆਂ, ਪਰ ਕਿਸੇ ਤੇ ਕਾਰਵਾਈ ਹੁੰਦੀ ਹੈ। ਸੋ ਸਵਾਲ ਇਹ ਹੈ ਕਿ ਜੇ ਤਾਮਿਲਨਾਡੂ ਦਾ ਰੈਵਨਿਊ 31,000 ਕਰੋੜ ਰੁਪਇਆ ਹੋ ਸਕਦਾ ਤੇ ਪੰਜਾਬ 'ਚ ਵੱਧ ਸ਼ਰਾਬ ਪੀਤੀ ਜਾਂਦੀ ਹੈ ਤੇ ਇੱਥੇ ਰੈਵਨਿਊ ਕਿਉਂ ਨਹੀਂ ਵੱਧ ਸਕਦਾ? ਸ਼ਰਾਬ ਤੋਂ ਰੈਵਨਿਊ ਵਧਾਓਗੇ ਫਿਰ? ਨਹੀਂ, ਸਵਾਲ ਇਹ ਨਹੀਂ ਹੈ। ਜੇ ਅਸੀਂ ਦੇਖੋ ਸ਼ਰਾਬ ਤੋਂ ਰੈਵਨਿਊ ਵਧਾਵਾਂਗੇ, ਜਿੰਨੀ ਸ਼ਰਾਬ ਪੀਤੀ ਜਾ ਰਹੀ ਹੈ ਉਹਨੂੰ ਹੌਲੀ ਹੌਲੀ ਘਟਾਵਾਂਗੇ, ਹਰ ਸਾਲ ਘਟਾਵਾਂਗੇ। ਤੁਸੀਂ ਯਕਦਮ ਥੋੜੀ ਕਰ ਸਕਦੇ ਹੋ। ਜਿਹੜੀਆਂ ਪੰਚਾਇਤਾਂ, ਸ਼ਰਾਬ ਘਟ ਸਕਦੀ ਹੈ ਵੈਸੇ ਪੀਣੀ? ਬਿਲਕੁਲ ਘਟ ਸਕਦੀ ਹੈ ਜੀ, ਕਿਉਂ ਨਹੀਂ ਘਟ ਸਕਦੀ? ਕਦੋਂ ਸ਼ੁਰੂ ਹੋਈ ਸ਼ਰਾਬ? ਕਦੋਂ ਸ਼ੁਰੂ ਹੋਈ? 1919 ਦੇ ਵਿੱਚ ਸ਼ਰਾਬ ਦੇ ਠੇਕੇ ਦਿੱਤੇ ਜਾਣੇ ਸ਼ੁਰੂ ਹੋਏ। ਠੀਕ ਹੈ ਜੀ। ਆਪਾਂ ਜਦੋਂ ਦੇਸ਼ ਆਪਣਾ ਆਜ਼ਾਦ ਹੋਇਆ ਉਦੋਂ ਪਹਿਲਾਂ ਸ਼ਰਾਬ ਦੇ ਠੇਕੇ ਸ਼ੁਰੂ ਹੋ ਗਏ ਸੀਗੇ, ਔਰ ਸ਼ਰਾਬ ਦੇ ਠੇਕੇ ਹਮੇਸ਼ਾ ਵੱਧਦੇ ਗਏ। ਅੱਜ ਸੈਂਕੜੇ ਪੰਚਾਇਤਾਂ ਨੇ ਜਿਹੜੀਆਂ ਕਹਿੰਦੀਆਂ ਵੀ ਸਾਡੇ ਪਿੰਡ 'ਚ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ। ਇੱਕ ਪਾਸੇ ਲੋਕ ਰਾਜ ਹੈ, ਪਰ ਅਸੀਂ ਪੰਚਾਇਤਾਂ ਦੀ ਗੱਲ ਨਹੀਂ ਸੁਣਦੇ। ਹਾਈ ਕੋਰਟ ਨੇ ਕਿਹਾ ਕਿ ਸ਼ਰਾਬ ਦੇ ਠੇਕੇ ਤੁਸੀਂ ਸੜਕਾਂ ਤੋਂ ਪਿੱਛੇ ਲੈ ਜਾਓ। ਠੀਕ ਹੈ ਜੀ। ਬਾਵਜੂਦ ਇਹਦੇ ਉਸ ਮਤਲਬ ਇਸ ਢੰਗ ਦੇ ਨਾਲ ਸ਼ਿੰਗਾਰੇ ਗਏ ਆ ਠੇਕੇ ਕਿ ਅੱਜ ਜੇ ਕਿਸੇ ਮਤਲਬ ਵੱਧ ਤੋਂ ਵੱਧ ਸ਼ਾਨ ਹੁੰਦੀ ਹੈ ਤਾਂ ਉਹ ਠੇਕੇ ਦੀ ਹੈ। ਕਿੰਨੇ ਤਰ੍ਹਾਂ ਦੀਆਂ ਲਾਈਟਾਂ ਲੱਗੀਆਂ, ਬਿਲਕੁਲ ਸੜਕਾਂ ਦੇ ਉੱਤੇ ਠੇਕੇ ਲੈ ਆਂਦੇ ਗਏ, ਸਰਕਾਰਾਂ ਨੇ ਕਾਨੂੰਨ ਬਦਲਤੇ। ਸੋ ਘਟਾਈ ਜਾ ਸਕਦੀ ਹੈ। ਅਸੀਂ ਜੇ ਲੋਕ ਅਧਿਕਾਰ ਪਾਰਟੀ ਆ ਗਈ ਸੱਤਾ 'ਚ ਤਾਂ ਸ਼ਰਾਬ ਤੇ ਬੈਨ ਵੀ ਲੱਗ ਸਕਦਾ? ਨਹੀਂ, ਬੈਨ ਫਿਲਹਾਲ ਨਹੀਂ ਲੱਗ ਸਕਦਾ, ਪਰ ਜੇਕਰ ਪੰਜਾਬ ਦਾ ਰੈਵਨਿਊ ਹੌਲੀ ਹੌਲੀ ਵਧਣਾ ਸ਼ੁਰੂ ਹੋ ਗਿਆ ਬਾਕੀਆਂ ਚੀਜ਼ਾਂ ਤੋਂ, ਟੈਕਸਸ ਜਿਹੜੇ ਹੈਗੇ ਉਹਨਾਂ ਦੀ ਕਲੈਕਸ਼ਨ ਠੀਕ ਹੋ ਗਈ, ਤਾਂ ਇਹ ਜਿਹੜਾ ਹੈਗਾ ਇਹਨੂੰ ਵੱਧ ਤੋਂ ਵੱਧ ਘੱਟ ਕਰਨਾ ਚਾਹੀਦਾ ਹੈ। ਔਰ ਪਰ ਜਿਹੜੀ ਚੀਜ਼ ਪੰਜਾਬ ਦੀ ਸਿਹਤ ਖਰਾਬ ਕਰ ਰਹੀ ਹੈ ਤੁਸੀਂ ਉਹਨੂੰ ਬੈਨ ਵੀ ਕਰ ਸਕਦੇ ਹੋ। ਤੁਹਾਡੀ ਪਾਰਟੀ ਤੇ ਡਿਫਰੈਂਟ ਤਰ੍ਹਾਂ ਸੋਚਦੀ ਹੈ। ਨਹੀਂ, ਦੇਖੋ ਬੈਨ ਕਰ ਸਕਦੇ ਹੋ ਸ਼ਰਾਬ? ਬਿਲਕੁਲ ਬਿਲਕੁਲ ਠੀਕ ਹੈ, ਬੈਨ ਕਰਨਾ ਚਾਹੀਦਾ ਹੈ, ਪਰ ਇਹਦੇ ਬਾਰੇ ਮੈਂ ਕੱਲਾ ਕੁਝ ਤੁਹਾਨੂੰ ਕਹਿ ਜਾ ਉਹ ਗੱਲ ਮਤਲਬ ਸਵਾਦ ਵਾਲੀ ਨਹੀਂ ਹੈ। ਇੱਥੇ ਲੋਕ ਅਧਿਕਾਰ ਲਹਿਰ ਦੇ ਵਿੱਚ ਇੱਕ ਡੈਮੋਕ੍ਰੇਸੀ ਹੈ। ਅਸੀਂ ਜਿੰਨੇ ਲੋਕ ਅਧਿਕਾਰ ਲਹਿਰ ਨੇ ਕਦੇ ਡਿਸਕਸ ਨਹੀਂ ਕੀਤਾ ਬਹਿ ਕੇ ਵੀ ਸ਼ਰਾਬ ਬੈਨ ਕਰੀਏ? ਬਿਲਕੁਲ ਕੀਤਾ। ਇੱਕ ਗੱਲ ਨੂੰ ਡਿਸਕਸ ਕੀਤਾ ਕਿ ਹਰ ਸਾਲ ਠੇਕਿਆਂ ਦੀ ਗਿਣਤੀ ਘਟਾਈ ਜਾਏਗੀ। ਕਾਲਜਾਂ ਤੇ ਸਕੂਲਾਂ 'ਚ ਸੈਮੀਨਾਰ ਕਰਵਾਏ ਜਾਣਗੇ, ਪਬਲਿਕਲੀ ਸੈਮੀਨਾਰ ਕਰਾਏ ਜਾਣਗੇ। ਇਹਦਾ ਨੁਕਸਾਨ ਜਿਹੜਾ ਹੈਗਾ ਉਹ ਦੱਸਿਆ ਜਾਏਗਾ, ਤੇ ਜਿਹੜੀ ਸ਼ਰਾਬ ਪੀਤੀ ਜਾਣੀ ਹੈ ਉਹਦਾ ਵੀ ਇੱਕ ਸਟੈਂਡਰਡ ਹੋਏਗਾ ਕਿ ਉਹ ਸ਼ਰਾਬ। ਪ੍ਰਚਾਰ ਤਾਂ ਸ਼ਰਾਬ ਦੀ ਬੋਤਲ ਤੇ ਲਿਖਿਆ ਹੁੰਦਾ ਹੈਗਾ ਕਿ ਇਹ ਸਿਹਤ ਲਈ ਹਾਨੀਕਾਰਕ ਹੈ। ਬਿਲਕੁਲ, ਫਿਰ ਵੀ ਪੀਂਦੇ ਆ ਲੋਕ। ਨਹੀਂ, ਸਵਾਲ ਇਹ ਹੈ ਕਿ ਕੰਧਾਂ ਤੇ ਲਿਖਿਆ ਹੁੰਦਾ ਵੀ ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇੱਕ ਕਿਤਾਬ, ਪਰ ਦੂਜੇ ਪਾਸੇ ਸਰਕਾਰ ਸਕੂਲ ਚਲਾਉਣ ਦਾ ਸੈਸ ਵੀ ਉਹਦੇ ਤੇ ਸ਼ਰਾਬ ਤੇ ਲਾ ਰੱਖਿਆ। ਠੀਕ ਹੈ। ਨਹੀਂ, ਮੈਂ ਕਹਿ ਰਿਹਾ ਗੁੰਝਲਦਾਰ ਸਵਾਲ ਨਹੀਂ ਹੈਗਾ ਵੀ ਸ਼ਰਾਬ ਜਿਵੇਂ ਬੈਨ ਹੋਈ, ਗੁਜਰਾਤ 'ਚ ਬੈਨ ਹੋਈ, ਬਿਹਾਰ 'ਚ ਬੈਨ ਹੋਈ,
ਉੱਥੇ ਸ਼ਰਾਬ ਹੋਰ ਜ਼ਿਆਦਾ ਤਸਕਰੀ ਹੋਣ ਲੱਗੀ, ਸ਼ਰਾਬ ਦੀ ਬਿਲਕੁਲ। ਹੋਰ ਜ਼ਿਆਦਾ ਦੇਸੀ ਕੱਢਣ ਲੱਗੇ ਲੋਕ। ਬਸ ਕਿਉਂਕਿ ਇਹ ਤਾਂ ਕਹਿੰਦੇ ਆ ਨਾ ਮਿਡੇਵਲ ਹਿਸਟਰੀ ਤੋਂ, ਜੋ ਤੁਸੀਂ ਬਹੁਤ ਪਿੱਛੇ, ਹਾਂਜੀ, ਤੁਸੀਂ ਦੇਖਦੇ ਆ। ਤੁਸੀਂ ਤਾਂ 1919 ਚ ਜਾਂਦੇ ਹੋ, ਜੋ ਤੁਸੀਂ 5-7 ਹਜ਼ਾਰ ਸਾਲ ਪਿੱਛੇ ਚਲੇ ਪਿੱਛੇ ਜਾਓ, ਜਾਈਏ। ਉੱਥੇ ਵੀ ਮਦਰਾ ਦਾ ਜ਼ਿਕਰ ਹੈ, ਉੱਥੇ ਵੀ ਸੋਮਰਸ ਦਾ ਜ਼ਿਕਰ ਹੈਗਾ ਸਾਡੇ ਇਤਿਹਾਸ ਚ। ਦੇਖੋ ਸਵਾਲ ਇਹ ਹੈ ਕਿ ਉਸ ਵੇਲੇ ਲੋਕਾਂ ਨੂੰ ਨਹੀਂ ਸੀ ਪਤਾ ਹੁੰਦਾ ਮਦਰਾ ਦਾ ਤੇ ਸੋਮਰਸ ਦਾ ਜਿਹੜਾ ਇਸਤੇਮਾਲ ਆ ਉਹ ਲੋਕ ਕਰਦੇ ਸੀ ਜਿਹੜੇ ਰਾਜੇ ਸੀ, ਠੀਕ ਹੈ, ਜਾਂ ਉਹਨਾਂ ਦੇ ਸੂਬੇਦਾਰ ਹੁੰਦੇ ਸੀ, ਆਮ ਲੋਕਾਂ ਨੂੰ ਨਹੀਂ ਸੀ ਪਤਾ ਹੁੰਦਾ। ਸੋ ਜਦੋਂ ਆਪਾਂ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜਿਨ੍ਹਾਂ ਰਾਜਾਂ 'ਚ ਬੰਦ ਕੀਤੀ ਗਈ ਔਰ ਉੱਥੇ ਉਹਦੀ ਤਸਕਰੀ ਵੱਧ ਗਈ, ਗੁਜਰਾਤ ਜਿਵੇਂ ਹਨ, ਆਪਾਂ ਹੁਣ ਤਸਕਰੀ ਨੂੰ ਉਤਸ਼ਾਹਿਤ ਨਹੀਂ ਕਰਨਾ। ਇਸ ਕਰਕੇ ਸ਼ਰਾਬ ਜਿਹੜੀ ਹੈ, ਜੇ ਮੇਰਾ ਪੁੱਛੋ ਤਾਂ ਇਹਨੂੰ ਘਟਾਇਆ ਜਾਣਾ ਜ਼ਰੂਰੀ ਹੈ। ਜਿੱਥੇ ਜਿੱਥੇ ਪੰਚਾਇਤਾਂ ਮੰਗ ਕਰਦੀਆਂ ਇਹਦਾ ਪ੍ਰਚਾਰ ਕੀਤਾ ਜਾਣਾ ਜ਼ਰੂਰੀ ਹੈ ਸਰਕਾਰ ਵੱਲੋਂ, ਪਰ ਇਹਨੂੰ ਬਿਲਕੁਲ ਖਤਮ ਆਪਾਂ ਨਾ ਕਰੀਏ ਤੇ ਜ਼ਿਆਦਾ ਬਿਹਤਰ ਹੋਵੇ। ਕਿਉਂ? ਉਹ ਇਸ ਕਰਕੇ ਕਿਉਂਕਿ ਫਿਰ ਉਹ ਆਪੇ ਹੀ ਤੁਸੀਂ ਕਿਹਾ ਕਿ ਤਸਕਰੀ ਵਧੇਗੀ, ਠੀਕ ਹੈ ਨਾ। ਇਹ ਬੰਦੇ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਿਆ। ਪਿਛਲੇ ਲੰਬੇ ਸਮੇਂ ਤੋਂ ਜੇ ਹਜ਼ਾਰਾਂ ਸਾਲਾਂ ਦੇ ਵਿੱਚ ਉਹ ਬੰਦ ਨਹੀਂ ਹੋਈ ਤਾਂ ਲੋਕ ਅਧਿਕਾਰ ਲਹਿਰ ਕਿਵੇਂ ਬੰਦ ਕਰ ਦੇਗੀ? ਪਰ ਕਿਸੇ ਚੀਜ਼ ਨੂੰ ਘਟਾਇਆ ਜਾ ਸਕਦਾ। ਮਿਸਾਲ ਦੇ ਤੌਰ ਤੇ ਅੱਜ 5.5 ਲੱਖ ਵਿਧਵਾਵਾਂ ਨੇ ਪੰਜਾਬ 'ਚ, ਠੀਕ ਹੈ, ਔਰ ਉਹਨਾਂ ਦੇ ਵਿਧਵਾ ਹੋਣ ਦੇ ਜਿਹੜੇ ਕਾਰਨ ਨੇ ਉਹ ਮੈਂ ਦੇਖਿਆ ਕਿ ਮੁੱਢਲੇ ਤੌਰ ਤੇ 4-5 ਕਾਰਨ ਨੇ, ਜਿਹਦੇ 'ਚ ਨਸ਼ਾ ਸਭ ਤੋਂ ਪਹਿਲਾਂ ਹੈ, ਦੂਸਰਾ ਦੁਰਘਟਨਾਵਾਂ ਨੇ, ਤੀਸਰਾ ਖੁਦਕੁਸ਼ੀ ਹੈ ਤੇ ਚੌਥਾ ਬਿਮਾਰੀ ਹੈ, ਹਨਾ। ਤਾਂ ਇਹ ਚਾਰੇ ਚੀਜ਼ਾਂ ਜਿਹੜੀਆਂ ਹੈਗੀਆਂ ਖਤਮ ਭਾਵੇਂ ਨਾ ਕੀਤੀਆਂ ਜਾਣ, ਪਰ ਜੇ ਚੰਗੀਆਂ ਸਰਕਾਰਾਂ ਅਸੀਂ ਚੁਣ ਲਾਂਗੇ ਤੇ ਇਹਨਾਂ ਦੀ ਰੇਸ਼ੋ ਜਿਹੜੀ ਹੈਗੀ ਉਹ 5.5 ਲੱਖ ਦੀ ਥਾਂ ਤੇ 50,000 ਤੇ ਆ ਸਕਦੀ ਹੈ, ਠੀਕ ਆ। ਉਹਦੇ ਲਈ ਲੋਕ ਅਧਿਕਾਰ ਲਹਿਰ ਪੂਰਨ ਤੌਰ ਤੇ ਯਤਨ ਕਰੇਗੀ। ਤੁਹਾਨੂੰ ਲੱਗਦਾ ਨਸ਼ਾ ਮੁਕਤ ਸਮਾਜ ਕੋਈ ਹੁੰਦੇ ਆ ਜਾਂ ਹੋ ਸਕਦੇ ਆ ਪੂਰਨ ਤੌਰ ਤੇ ਨਸ਼ਾ ਮੁਕਤ ਸਮਾਜ? ਦੇਖੋ ਨਸ਼ਾ ਮੁਕਤ ਸਮਾਜ ਜਿਹੜਾ ਹੈਗਾ ਉਹਦੀ ਸਿਰਜਣਾ ਲਈ ਯਤਨਸ਼ੀਲ ਜਿਹੜਾ ਹੈਗਾ ਉਹ ਰਹਿਣਾ ਚਾਹੀਦਾ, ਪਰ ਸਾਰੇ ਜਾਣੇ ਪੀ ਕੇ ਹਰ ਰੋਜ਼ ਇੱਕ ਦੂਜੇ ਦੇ ਵਿੱਚ ਵੱਜਦੇ ਰਹਿਣ ਇਹ ਵੀ ਚੰਗੀ ਗੱਲ ਨਹੀਂ ਹੈ। ਜੇ ਤੁਸੀਂ ਨਸ਼ੇ ਨੂੰ ਘਟਾਉਣਾ ਹੈ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਪੈਣਗੀਆਂ। ਮਿਸਾਲ ਦੇ ਤੌਰ ਤੇ ਜਿਹੜੀ ਸ਼ਾਮ ਹੈ ਉਹ ਬਹੁਤ ਖਤਰਨਾਕ ਹੁੰਦੀ ਹੈ। ਬੰਦਾ ਆਪਣੀ ਨੌਕਰੀ ਤੋਂ ਆਉਂਦਾ ਹੈ, ਠੀਕ ਹੈ, ਬੰਦਾ ਕੰਮ ਕਰਕੇ ਆਉਂਦਾ ਥੱਕਿਆ ਟੁੱਟਿਆ ਹੁੰਦਾ ਹੈ, ਤੇ ਜੇ ਤੁਸੀਂ ਮਤਲਬ ਉਹਦੇ ਲਈ ਪਿੰਡ ਦੇ ਵਿੱਚ ਜਾਂ ਮੁਹੱਲੇ ਦੇ ਵਿੱਚ ਕੁਝ ਪ੍ਰਬੰਧ ਕਰ ਦਿਓਗੇ ਤਾਂ ਲੋਕਾਂ ਦਾ ਧਿਆਨ ਦੂਜੇ ਪਾਸੇ ਲਾਇਆ ਜਾ ਸਕਦਾ ਹੈ। ਮਿਸਾਲ ਦੇ ਤੌਰ ਤੇ ਗਰਾਊਂਡ 'ਚ ਬੱਚੇ ਖੇਡ ਰਹੇ ਆ, ਲੋਕਾਂ ਨੂੰ ਗਰਾਊਂਡ ਜਾਣ ਦੀ ਆਦਤ ਪਾਈ ਜਾਵੇ, ਲਾਇਬ੍ਰੇਰੀਆਂ ਖੁੱਲ ਜਾਣ, ਠੀਕ ਹੈ ਜੀ, ਕੁਝ ਹੋਰ ਅੱਛੇ ਸਮਾਗਮ ਕੀਤੇ ਜਾਣ, ਲੋਕਾਂ ਦੀ ਸ਼ਾਮ ਦੇ ਰੁਝੇਵੇਂ ਜਿਹੜੇ ਹੈਗੇ ਆ ਉਹ ਪ੍ਰੋਪਰ ਢੰਗ ਦੇ ਨਾਲ ਸਰਕਾਰ ਯਤਨ ਕਰੇ ਤਾਂ ਨਸ਼ਾ ਘਟ ਸਕਦਾ ਹੈ। ਕਦੇ ਕੋਈ ਐਕਸਪੈਰੀਮੈਂਟ ਤੁਹਾਡੇ ਇਹੋ ਜਿਹਾ, ਕਿਉਂਕਿ ਤੁਸੀਂ 1919 ਚ ਗਏ ਹੋ, ਕੋਈ ਇੱਕ ਇਹੋ ਜਿਹਾ ਮਾਡਲ ਦੱਸ ਸਕਦੇ ਦੁਨੀਆ ਦਾ ਜਿੱਥੇ ਇਸ ਤਰ੍ਹਾਂ ਹੋ ਰਿਹਾ ਹੈਗਾ? ਦੇਖੋ ਗੱਲ ਇਉਂ ਹੈ, ਤੁਸੀਂ ਖੋਜੀ ਪੱਤਰਕਾਰ ਹੋ, ਤੁਸੀਂ ਇਹਦੇ ਬਾਰੇ ਜ਼ਿਆਦਾ ਜਾਣਦੇ ਹੋਵੋਗੇ, ਪਰ ਮੈਨੂੰ ਲੱਗਦਾ ਵੀ ਜਿੱਥੇ ਜਿੱਥੇ ਵੀ ਨਸ਼ਿਆਂ ਦੀ ਬਹੁਤਾਤ ਰਹੀ ਹੈ ਉੱਥੇ ਸਰਕਾਰਾਂ ਨੇ ਇਹਨੂੰ ਕੰਟਰੋਲ ਕਰਨ ਵਾਸਤੇ ਸਵਿਟਜ਼ਰਲੈਂਡ ਦੇ ਵਿੱਚ ਜਾਂ ਹੋਰ ਇੰਗਲੈਂਡ ਦੇ ਵਿੱਚ, ਇੰਗਲੈਂਡ 'ਚ ਇੱਕ ਸੂਬਾ ਹੈਗਾ ਮੇਰਾ ਖਿਆਲ, ਤੇ ਉਸ ਸੂਬੇ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਸੀ, ਤਾਂ ਉੱਥੋਂ ਦੀਆਂ ਸਰਕਾਰਾਂ ਨੇ ਉਹ ਯਤਨ ਕੀਤੇ ਨੇ ਔਰ ਉਹਦਾ ਗ੍ਰਾਫ ਜਿਹੜਾ ਹੈ ਉਹ ਬਹੁਤ ਹੇਠਾਂ ਤੱਕ ਲੈ ਆਏ ਔਰ ਲੋਕਾਂ ਦੇ ਵਿੱਚ। ਕਿਉਂਕਿ ਬੜਾ ਔਖਾ, ਮੈਂ ਇਸੇ ਕਰਕੇ ਪੁੱਛਣਾ, ਮੰਨ ਲਓ ਜੇ ਤੁਸੀਂ ਚਾਹੋ ਕਿ ਪੂਰੀ ਲੋਕ ਅਧਿਕਾਰ ਪਾਰਟੀ ਨਸ਼ਾ ਮੁਕਤ ਕਰਨੀ, ਉਹ ਵੀ ਨਹੀਂ ਹੋਣੀ। ਦੇਖੋ ਸਵਾਲ ਇਹ ਹੈ, ਇਹ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ, ਪਰ ਜਿਹੜੇ ਤੁਹਾਡੇ ਆਗੂ ਨੇ ਉਹ ਇੰਨੇ ਸ਼ਰਾਬੜ, ਇੰਨੇ ਅਯਾਸ਼ ਵੀ ਨਹੀਂ ਹੋਣੇ ਚਾਹੀਦੇ ਕਿ ਉਹ ਰੱਜ ਕੇ ਪਏ ਰਹਿਣ ਔਰ ਲੋਕ ਜਿਹੜੇ ਹੈਗੇ ਆ ਉਹ ਮਰੀ ਜਾਣ। ਜਿਸ ਤਰ੍ਹਾਂ ਅੱਜ ਸਾਡੇ ਮੌਜੂਦਾ ਪੰਜਾਬ ਦਾ ਸਮੇਂ ਦਾ ਹਾਕਮ ਹੈ ਜਿਹੜਾ, ਔਰ ਉਹ ਸਿਰੇ ਦਾ ਸ਼ਰਾਬੜ ਵੀ ਹੈ, ਅਯਾਸ਼ ਵੀ ਹੈ, ਸਾਰਾ ਕੁਝ ਲੋਕਾਂ ਦੇ ਸਾਹਮਣੇ ਹੈ, ਠੀਕ ਹੈ ਨਾ। ਸੋ ਇਹੋ ਜਿਹਾ ਬੰਦਾ ਜੇ ਮਤਲਬ ਤੁਹਾਡੇ ਸੂਬੇ ਦਾ ਮੁਖੀ ਹੋਏਗਾ ਤੇ ਉਹ ਤੋਂ ਭਲੇ ਦੀ ਆਸ ਕੀ ਕੀਤੀ ਜਾ ਸਕਦੀ ਹੈ? ਰਿਜ਼ਲਟ ਤੁਹਾਡੇ ਸਾਹਮਣੇ ਨੇ। ਕੀ ਲੱਗਦਾ ਫਿਰ ਤੁਹਾਡੇ ਕੋਲੇ ਜਿਹੜਾ ਇੱਕ ਸਸਟੇਨੇਬਲ ਮਾਡਲ ਆ? ਗੱਲ ਤਾਂ ਇਹੀ ਹੁੰਦੀ ਹੈ ਨਾ ਕਿ ਸਾਡੇ ਕੋਲੇ ਸਸਟੇਨੇਬਲ ਮਾਡਲ ਨਹੀਂ ਆ, ਨਾ ਨੇਚਰ ਦਾ ਤੇ ਨਾ ਹੀ ਦੂਜਾ। ਇਹ ਸਾਡੇ ਕੋਲੇ, ਮੈਂ ਉਹ ਕਹਿ ਰਿਹਾ ਤੁਹਾਡੇ ਕੋਲੋਂ ਥੋੜੇ ਸ਼ਬਦਾਂ ਦੱਸੋ ਸਸਟੇਨੇਬਲ ਮਾਡਲ ਕੀ ਹੈ, ਕਿ ਅਗਰ ਤੁਸੀਂ ਸੱਤਾ ਚ ਆ ਜਾਓ ਤਾਂ ਤੁਸੀਂ ਕਿਹੜੀਆਂ 5 ਚੀਜ਼ਾਂ ਕਰ ਦਿਓ ਜਿਹਦੇ ਨਾਲ ਪੰਜਾਬ ਬਦਲ ਜਾਊ? ਦੇਖੋ ਸਵਾਲ ਇਹ ਹੈ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਮੌਜੂਦਾ ਪੋਲੀਟੀਕਲ ਰਾਜਨੀਤਿਕ ਸਿਸਟਮ ਹੈ ਉਹਦੇ ਝੋਲੇ 'ਚ ਕੀ ਹੈ, ਆਪਾਂ ਮਾੜਾ ਜਿਹਾ 2 ਮਿੰਟ ਮੈਨੂੰ ਉਹਦੇ ਤੇ ਦੇ ਦਿਓ। ਹੁਣ ਉਹਦੇ ਵਿੱਚ ਜਿਹੜੀ ਪਾਰਟੀ ਦੇਸ਼ ਤੇ ਰਾਜ ਕਰ ਰਹੀ ਹੈ ਉਹ ਕਹਿੰਦੇ ਵੀ ਅਸੀਂ ਦਲਿਤ ਮੁੱਖ ਮੰਤਰੀ ਦੇਵਾਂਗੇ। ਜਿਹੜੀ ਪਾਰਟੀ ਨੇ ਪਹਿਲਾਂ 10 ਸਾਲ ਰਾਜ ਕੀਤਾ ਉਹ ਕਹਿੰਦੇ ਵੀ ਅਸੀਂ 2 ਉਪ ਮੁੱਖ ਮੰਤਰੀ ਦੇਵਾਂਗੇ, ਇੱਕ ਦਲਿਤ ਹੋਊਗਾ, ਇੱਕ ਹਿੰਦੂ ਹੋਊਗਾ। ਤੇ ਜਿਹੜੀ ਪਾਰਟੀ ਇਹ ਦਾਅਵਾ ਕਰਦੀ ਹੈ ਵੀ ਅਸੀਂ ਰਾਜਨੀਤਿਕ ਵਿਵਸਥਾ ਹੀ ਬਦਲ ਦੇਣੀ ਹੈ ਉਹ ਕਹਿੰਦੇ ਵੀ ਸਿੱਖ ਮੁੱਖ ਮੰਤਰੀ ਦੇਵਾਂਗੇ, ਹਨਾ। ਹੁਣ ਉਹਨਾਂ ਦੇ ਝੋਲੇ 'ਚ ਤਾਂ ਇਹ ਹੈ, ਪਰ ਲੋਕ ਅਧਿਕਾਰ ਲਹਿਰ ਦਾ ਕਹਿਣਾ ਇਹ ਹੈ ਕਿ ਉਹ ਦਲਿਤ ਹੋਵੇ, ਉਹ BC ਹੋਵੇ, ਜਰਨਲ ਹੋਵੇ, ਸਵਾਲ ਇਹ ਨਹੀਂ ਹੈ। ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਸਵਾਲ ਇਹ ਨਹੀਂ ਹੈ। ਸਵਾਲ ਇਹ ਹੈ ਕਿ ਉਹਦੇ ਕੋਲੇ ਇੱਕ ਦ੍ਰਿਸ਼ਟੀ ਹੋਵੇ, ਇੱਕ ਵਿਜ਼ਨ ਹੋਵੇ, ਉਹ 16 ਘੰਟੇ ਕੰਮ ਕਰ ਸਕਦਾ ਹੋਵੇ, ਹਨਾ, ਸੁੱਤੜ ਨਾ ਹੋਵੇ ਔਰ ਇਮਾਨਦਾਰ ਹੋਵੇ।
ਸੋ ਪੰਜਾਬ ਲਈ ਉਹ ਕੰਮ ਕਰਨ ਵਾਲਾ ਹੋਵੇ, ਸਮਰਪਣ ਤੇ ਤਿਆਗ ਦੀ ਭਾਵਨਾ ਹੋਵੇ ਉਹਦੇ ਵਿੱਚ, ਉਹ ਛੜਯੰਤਰ ਨਾ ਕਰੀ ਜਾਵੇ ਕਿ ਮੇਰੀ ਕੁਰਸੀ ਦੇ ਭਾਵੇਂ ਕਿਵੇਂ ਮਜ਼ਬੂਤ ਹੋਣਗੇ, ਉਹ ਲਗਾਤਾਰ ਕੰਮ ਕਰੇ। ਹੁਣ ਕੰਮ ਕਿਹੜੇ ਕਰੇ, ਉਹਦੇ ਵਿੱਚ ਲੋਕ ਅਧਿਕਾਰ ਲਹਿਰ ਦਾ ਵਿਜ਼ਨ ਵੀ ਆ ਜਾਂਦਾ ਹੈ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਖੇਤੀ ਆਧਾਰਿਤ ਸੂਬਾ ਹੈ, ਠੀਕ ਹੈ, ਔਰ ਸਭ ਤੋਂ ਵੱਡੀ ਤਰਾਸਦੀ ਹੈ ਕਿ ਖੇਤੀ ਆਧਾਰਿਤ ਸੂਬੇ ਦੀ ਕੋਈ ਖੇਤੀ ਨੀਤੀ ਯਾਦਵਿੰਦਰ ਜੀ ਨਹੀਂ ਹੈ। 1966 ਤੋਂ ਪੰਜਾਬ ਕੰਟਰੈਕਟ ਫਾਰਮਿੰਗ ਕਰ ਰਿਹਾ ਹੈ। ਕੇਂਦਰ ਤੁਹਾਨੂੰ CCL ਦੀ ਲਿਮਟ ਦੇ ਦਿੰਦਾ, ਪੈਸੇ ਦਿੰਦਾ, ਤੁਸੀਂ ਕਣਕ ਝੋਨਾ ਬੀਜਦੇ ਹੋ, ਉਹ ਇੱਕ 52ਵੇਂ ਰੇਟ ਦੇ ਉੱਤੇ ਸਰਕਾਰੀ ਖਰੀਦ ਲੈਂਦਾ ਹੈ। ਸੋ ਸਭ ਤੋਂ ਪਹਿਲੀ ਲੋੜ ਪੰਜਾਬ ਨੂੰ ਇੱਕ ਖੇਤੀ ਨੀਤੀ ਦੀ ਹੈ, ਔਰ ਖੇਤੀ ਨੀਤੀ ਦੇ ਨਾਲ ਹੀ ਵਪਾਰਕ ਨੀਤੀ ਵੀ ਜ਼ਰੂਰੀ ਹੈ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਮੱਧ ਏਸ਼ੀਆ ਤੱਕ ਪਹੁੰਚਾ ਸਕਦੇ ਹਾਂ, ਕਿਉਂਕਿ ਉਹਨਾਂ ਦੇਸ਼ਾਂ ਨੂੰ ਜ਼ਰੂਰਤ ਹੈ, ਠੀਕ ਹੈ। ਸੋ ਸਾਡੇ ਕੋਲ ਇੱਕ ਇਨਫਰਾਸਟ੍ਰਕਚਰ ਹੈ, ਖੇਤੀ ਨਾਲ ਜੁੜੇ ਹੋਏ 18 ਵਿਭਾਗ ਨੇ, ਔਰ 18 ਚੋਂ ਇੱਕ ਵਿਭਾਗ ਵੀ ਖੇਤੀ ਲਈ ਨਹੀਂ ਕੰਮ ਕਰਦਾ। ਵੇਅਰ ਹਾਊਸ ਹੈ, ਪਨਸਪ ਹੈ, ਪਨਗ੍ਰੇਨ ਹੈ, ਪਨਸੀਡ ਹੈ, ਮਿਲਕ ਫੈਡ ਹੈ, ਸ਼ੂਗਰ ਫੈਡ ਹੈ, ਮਾਰਕ ਫੈਡ ਹੈ ਨਾ, ਖੇਤੀਬਾੜੀ ਵਿਭਾਗ ਹੈ, ਪਸ਼ੂ ਪਾਲਣ ਵਿਭਾਗ ਹੈ। ਸੋ ਇਹ ਸਾਰੇ ਵਿਭਾਗ ਖੇਤੀ ਨੂੰ ਸਮਰਪਿਤ ਕਰ ਦਿਆਂਗੇ। ਲੋਕ ਅਧਿਕਾਰ ਲਹਿਰ ਦਾ ਪਹਿਲਾ ਮਿਸ਼ਨ ਇਹ ਹੈ। ਖੇਤੀ ਆਧਾਰਿਤ ਸਨਅਤਾਂ ਤੁਹਾਡੇ ਸੂਬੇ ਦੀ ਰੀੜ੍ਹ ਦੀ ਹੱਡੀ ਬਣ ਸਕਦੀਆਂ, ਉਹ ਰੁਜ਼ਗਾਰ ਵੀ ਪੈਦਾ ਕਰ ਸਕਦੀਆਂ, ਤੁਹਾਡੀ ਆਰਥਿਕਤਾ ਨੂੰ, ਤੁਹਾਡੀ GDP ਨੂੰ ਵੀ ਵਧਾ ਸਕਦੀਆਂ। ਸੋ ਖੇਤੀ ਆਧਾਰਿਤ ਸਨਅਤਾਂ ਪੰਜਾਬ ਚ ਲਾਈਆਂ ਜਾਣਗੀਆਂ। ਇਹ ਕਦੇ ਵੀ ਪ੍ਰੈਫਰੈਂਸ ਨਹੀਂ ਦਿੱਤੀ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੇ, ਔਰ ਲੋਕ ਅਧਿਕਾਰ ਲਹਿਰ ਇਹ ਲੈ ਕੇ ਆਏਗੀ। ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਉਹਨੂੰ ਸੁਧਾਰਨ ਲਈ ਅਸੀਂ ਜਿਹੜੇ ਵਿਦਿਆ ਸ਼ਾਸਤਰੀ ਨੇ ਉਹਨਾਂ ਦੀਆਂ ਸੇਵਾਵਾਂ ਲੈ ਰਹੇ ਹਾਂ। ਅਕਤੂਬਰ ਦੇ ਵਿੱਚ ਪੂਰਾ ਏਜੰਡਾ ਤੁਹਾਡੇ ਸਾਹਮਣੇ ਰੱਖਾਂਗੇ ਕਿ ਕਿਸ ਤਰ੍ਹਾਂ ਜਿਹੜੇ ਸਕੂਲ ਹੈਗੇ ਨੇ ਉਹਨਾਂ ਨੂੰ ਅਸੀਂ ਅਪਲਿਫਟ ਕਰਾਂਗੇ, ਔਰ ਉਹ ਜਿਹੜੇ ਸਕੂਲ ਆ ਉਹਨਾਂ 'ਚ ਸਟਾਫ ਪੂਰਾ ਕਰਾਂਗੇ। ਅੱਜ ਅਧਿਆਪਕ ਜਿਹੜਾ ਹੈਗਾ ਉਹ ਸਿਵਾਏ ਪੜ੍ਹਾਈ ਤੋਂ ਬਾਕੀ ਸਾਰੇ ਕੰਮ ਉਹ ਤੋਂ ਲਏ ਜਾਂਦੇ ਆ, ਹਨਾ। ਕਿਤੇ ਉਹ ਜਨਗਣਨਾ ਕਰ ਰਿਹਾ ਹੈ, ਕਿਤੇ ਉਹ ਵੋਟਾਂ ਬਣਾ ਰਿਹਾ, ਕਿਤੇ ਵੋਟਾਂ ਕਟਾ ਰਿਹਾ, ਕਿਤੇ ਮਤਲਬ ਅਵਾਰਾ ਪਸ਼ੂਆਂ ਦੀ ਗਿਣਤੀ ਕਰ ਰਿਹਾ, ਉਹਨੂੰ ਡਾਕੀਆ ਬਣਾਤਾ, ਹਨਾ। ਤਾਂ ਉਹਨੂੰ ਸੜਕਾਂ ਤੇ ਲੈ ਆਂਦਾ ਵੀ ਇੱਕ ਅਧਿਆਪਕ 5000 ਹੀ ਹੈ, ਇੱਕ 10000 ਹੀ ਹੈ, ਹਨਾ, ਇੱਕ 50000 ਲੈਂਦਾ, 1 ਲੱਖ ਲੈਂਦਾ। ਸੋ ਕਹਿਣ ਦਾ ਭਾਵ ਇਹ ਹੈ ਕਿ ਅਧਿਆਪਕ ਨੂੰ ਅਧਿਆਪਨ ਕਰਨ ਤੇ ਲਾਇਆ ਜਾਏਗਾ। ਇਹ ਏਜੰਡਾ ਲੋਕ ਅਧਿਕਾਰ ਲਹਿਰ ਦਾ। ਇਸੇ ਤਰ੍ਹਾਂ ਹੈਲਥ ਜਿਹੜੀ ਹੈਗੀ ਹੈ ਉਹਨੂੰ ਕਰਾਂਗੇ, ਔਰ ਲੋਕਾਂ ਨੂੰ ਮੈਕਸੀਮਮ ਰੁਜ਼ਗਾਰ ਮਿਲੇ, ਉਹਦੇ ਲਈ ਖੇਤੀ ਆਧਾਰਿਤ ਸਨਅਤਾਂ ਤੇ ਜ਼ੋਰ ਹੋਏਗਾ। ਤੇ ਜਿਹੜਾ ਰੇਤਾ ਬਜਰੀ ਹੈ, ਸ਼ਰਾਬ ਹੈ, ਟਰਾਂਸਪੋਰਟ ਹੈ, ਇਹ ਲੋਕ ਅਧਿਕਾਰ ਲਹਿਰ ਦਾ ਸਭ ਤੋਂ ਵੱਡਾ ਵਾਅਦਾ ਹੈ ਕਿ ਇਹਨੂੰ ਜਨਤਕ ਕਰਾਂਗੇ। ਅੱਜ ਮਤਲਬ ਸਾਡੀ ਸਮੱਸਿਆ ਕੀ ਹੈ ਕਿ ਹਰਿਆਣੇ 'ਚ ਤੇ ਤੁਸੀਂ ਹਿਮਾਚਲ 'ਚ ਕਰਾਂਗੇ ਤੇ ਹੋਣ 'ਚ ਫਰਕ ਹੁੰਦਾ। ਜਿਵੇਂ ਅਫਸਰਾਂ ਨਾਲ ਗੱਲ ਹੁੰਦੀ ਹੈ, ਅਫਸਰਾਂ ਦਾ ਤਾਂ ਚਲੋ ਤਜਰਬਾ ਹੈਗਾ, ਹਾਂਜੀ, ਉਹ ਕਹਿੰਦੇ ਆ ਜੇ ਸੈਂਟਰ ਦੀ ਇੰਨੀ ਸਪੋਰਟ ਨਾ ਹੋਵੇ, ਹਾਂਜੀ, ਤੇ ਕੈਪਟਨ ਦੀ ਸੈਂਟਰ ਨਾਲ ਠੀਕ ਨਾ ਹੋਵੇ, ਐ ਕਹਿੰਦੇ ਆ ਉਹ, ਤਾਂ ਪੰਜਾਬ ਦਾ ਵੈਸੇ ਹੀ ਜਲੂਸ ਨਿਕਲ ਜੇ। ਇਹ ਪੰਜਾਬ ਦੇ ਵੱਡੇ ਵੱਡੇ ਟੌਪ ਦੇ ਅਫਸਰ ਕਹਿੰਦੇ ਨੇ। ਦੇਖੋ ਯਾਦਵਿੰਦਰ ਜੀ, ਸਵਾਲ ਇਹ ਹੈ ਕਿ ਰੇਤਾ ਬਜਰੀ, ਸ਼ਰਾਬ, ਟਰਾਂਸਪੋਰਟ ਤੇ ਬਿਜਲੀ ਦਾ ਉਤਪਾਦਨ, ਜਿਨ੍ਹਾਂ ਚਾਰਾਂ ਚੀਜ਼ਾਂ ਤੋਂ ਪੈਸਾ ਆਉਣਾ ਹੈ, ਤੇ ਜੇ ਇਹਨਾਂ ਚਾਰਾਂ ਦਾ ਕਾਰੋਬਾਰ ਕਰਨ ਵਾਲੇ ਤੁਸੀਂ ਵਿਧਾਨ ਸਭਾ 'ਚ ਬਹਾ ਦਿਓਗੇ ਤਾਂ ਫਿਰ ਤਾਂ ਉਹ ਅਫਸਰ ਠੀਕ ਕਹਿੰਦੇ ਆ, ਹਨਾ। ਲੋਕ ਅਧਿਕਾਰ ਲਹਿਰ ਨੇ ਹਲਕਾ ਕਮੇਟੀਆਂ ਨੂੰ ਇੱਕ ਬੇਨਤੀ ਕੀਤੀ ਹੈ ਕਿ ਹੁਣ ਤੱਕ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਿਆ ਕਿਸੇ ਬੰਦੇ ਨੂੰ ਵੀ ਆਪਾਂ ਟਿਕਟ ਨਹੀਂ ਦੇਣੀ। ਦੂਸਰਾ, ਜਿਹੜਾ ਰੇਤਾ ਬਜਰੀ ਦਾ ਕਾਰੋਬਾਰੀ ਹੋਊਗਾ, ਸ਼ਰਾਬ ਦਾ ਠੇਕੇਦਾਰ ਹੋਊਗਾ ਤੇ ਵੱਡਾ ਟਰਾਂਸਪੋਰਟਰ ਹੋਊਗਾ, ਉਹਨੂੰ ਟਿਕਟ ਨਹੀਂ ਦੇਣੀ। ਇਹ ਸਾਡੀ ਸਮੱਸਿਆ ਆ ਕਿ ਅੱਜ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ, ਰੇਤਾ ਬਜਰੀ ਦੇ ਕਾਰੋਬਾਰੀ ਵਿਧਾਨ ਸਭਾ 'ਚ ਨੇ। ਪਰ ਦੂਜੇ ਪਾਸੇ ਇਲੈਕਸ਼ਨ ਆ, ਜਿਹੜੀ ਚੋਣਾਂ ਦੇ ਅੰਦਰ ਤੁਹਾਡਾ ਵਧੀਆ ਹੋਣਾ, ਵਧੀਆ ਤਾਂ ਇਸ ਦੇਸ਼ 'ਚ ਬਹੁਤ ਲੋਕ ਰਹੇ ਨੇ, ਵਧੀਆ ਬਹੁਤ ਪਾਰਟੀਆਂ ਰਹੀਆਂ, ਵਿੱਚ ਜਿੱਦੀਆਂ ਨਹੀਂ ਰਹੀਆਂ। ਤੁਹਾਡਾ ਵਧੀਆ ਹੋਣਾ ਹੀ ਪੈਮਾਨਾ ਨਹੀਂ, ਉਹਦੇ 'ਚ ਬਹੁਤ ਸਾਰੇ ਫੈਕਟਰ ਨੇ। ਚੋਣਾਂ ਦੇ ਅੰਦਰ ਮਨੀ ਵੀ ਹੈ, ਮਸਲ ਵੀ ਹੈ। ਇਹਦਾ ਲਿੰਗਦੋ ਹੋਰੀ ਚੋਣ ਕਮਿਸ਼ਨ ਕਹਿੰਦਾ ਸੀ, ਇਹ ਤਾਂ ਮਨੀ ਤੇ ਮਸਲ ਪਾਵਰ ਦੀ ਗੱਲ। ਜਿਹੜੇ ਇੱਕ ਇੱਕ ਹਲਕੇ ਤੇ ਬੰਦਾ 5-5 ਕਰੋੜ ਰੁਪਏ ਤਾਂ ਕਹਿੰਦੇ ਕੱਢੀ ਬੈਠੇ ਨੇ, ਕੱਢ ਕੇ ਰੱਖੀ ਬੈਠੇ ਨੇ ਬਹੁਤ ਸਾਰੀ ਪਾਰਟੀਆਂ ਦੇ MLA, ਉਹਨਾਂ ਨਾਲ ਕਿਵੇਂ ਲੜੋਗੇ? ਦੇਖੋ, ਸਵਾਲ ਇਹ ਹੈ 2014 ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿਹੜੇ ਢਾਲੇ ਦਿੱਤੇ ਆ ਕਿਸੇ ਨੂੰ? ਕਿਹਨੇ ਸ਼ਰਾਬ ਦੀਆਂ ਪੇਟੀਆਂ ਦਿੱਤੀਆਂ ਦੱਸੋ? ਠੀਕ ਹੈ, ਚੱਪਲਾਂ ਪਾਈਆਂ ਵੀ। ਮਾਹੌਲ ਸੀ, ਤੁਹਾਡਾ ਮਾਹੌਲ ਹੋਇਆ ਜਾਂ ਨਹੀਂ ਹੈਗਾ? ਸਾਡਾ ਮਾਹੌਲ, ਲੋਕ ਅਧਿਕਾਰ ਉਹਨਾਂ ਦਾ ਬੜਾ ਮਾਹੌਲ ਸੀਗਾ ਉਦੋਂ। ਦੇਖੋ, ਲੋਕ ਅਧਿਕਾਰ, ਕੇਜਰੀਵਾਲ ਨਵੇਂ ਆਏ ਸੀ, ਫਰੈਸ਼ ਚਿਹਰਾ ਸੀ, ਵੱਡਾ ਚਿਹਰਾ ਸੀ, ਮੀਡੀਆ ਨੇ ਹਾਈਲਾਈਟ ਕਰਤੇ, ਲੋਕਾਂ ਨੇ ਰਿਸਪੌਂਡ ਕਰਤਾ। ਤੁਸੀਂ ਮੀਡੀਆ ਬੈਠੇ ਹੋ, ਤੁਸੀਂ ਲੋਕ ਅਧਿਕਾਰ ਲਹਿਰ ਨੂੰ ਹਾਈਲਾਈਟ ਕਰੋ। ਅੱਜ ਪਹਿਲੇ ਇੰਟਰਵਿਊ ਕਰ ਰਹੇ ਕਰਨ ਨਾਲ ਮੈਂ ਵੈਸੇ ਗੱਲ ਕਰਦਾ, ਮੈਂ ਕਹਿ ਰਿਹਾ ਕਿ ਉਹਦਾ ਮੁਕਾਬਲਾ ਕਿਵੇਂ ਕਰੋਗੇ? ਦੇਖੋ, ਸਵਾਲ ਇਹ ਆ, ਮੁਕਾਬਲਾ ਤੁਹਾਡੇ ਸਹਿਯੋਗ ਨਾਲ ਕਰਾਂਗੇ। ਮੀਡੀਆ ਗੱਲਾਂ ਥੋੜੀ ਕਰ ਦੂ, ਗੱਲ ਤਾਂ ਰਾਜਨੀਤਿਕ ਤੌਰ ਦੇ ਉੱਤੇ ਖੜਾ ਹੋਣਾ ਕਿਤੇ। ਮੈਂ ਕਹਿ ਰਿਹਾ ਚੋਣਾਂ ਇਕੱਲੇ ਵਧੀਆ ਹੋਣ ਨਾਲ ਫਿਰ ਇਹ ਸਿਸਟਮ ਬਣ ਗਿਆ। ਮਾੜੀ ਗੱਲ ਆ, ਇਹ ਚੰਗੀ ਗੱਲ ਨਹੀਂ ਹੈਗੀ। ਹਾਂਜੀ, ਵੀ ਚੋਣਾਂ 5-5 ਕਰੋੜ ਨਾਲ ਲੜੀਆਂ ਜਾ ਰਹੀਆਂ, ਮਾੜੀ ਗੱਲ ਆ ਇਹ। 10-10 ਕਰੋੜ ਵੀ ਹੈ, ਕਈ ਤਾਂ ਕਹਿੰਦੇ ਇਦੋਂ ਜ਼ਿਆਦਾ ਵੀ ਕੱਢੀ ਬੈਠੇ ਹੈਗੇ। ਮੈਂ ਇਹ ਕਹਿ ਰਿਹਾ ਕਿ ਉਹਦਾ ਮੁਕਾਬਲਾ ਤੁਹਾਡੇ ਮੂਹਰੇ ਇੱਕ ਪ੍ਰੈਕਟੀਕਲ ਸਿਚੁਏਸ਼ਨ ਆ, ਉਹ ਪ੍ਰੈਕਟੀਕਲ ਸਿਚੁਏਸ਼ਨ ਦਾ ਮੁਕਾਬਲਾ ਕਿਵੇਂ ਹੋਊਗਾ? ਇਹ ਨਹੀਂ ਗੱਲ ਕੀ ਅਸੀਂ 41 ਸਾਲ ਪਹਿਲਾਂ 1 ਨੰਬਰ ਤੇ ਸੀ ਹਾਕੀ 'ਚ,
41 ਸਾਲ ਸਾਨੂੰ ਕਿਸੇ ਨੇ 올림픽 ਹਾਕੀ ਦੇ ਨੇੜੇ ਨਹੀਂ ਲੱਗਣ ਦਿੱਤਾ। 41 ਸਾਲਾਂ ਦੇ ਬਾਅਦ ਅਸੀਂ ਮੁੜ ਹਾਕੀ ਜਿੱਤੀ ਆ ਨਾ। ਹੁਣ ਇਹ ਜਿਹੜਾ ਜਮੂਦ ਹੈਗਾ ਇਹ ਤੋੜਨ ਲਈ ਯਤਨ ਕਰ ਰਿਹਾ ਪੰਜਾਬ, ਔਰ ਲੋਕ ਅਧਿਕਾਰ ਲਹਿਰ। ਹਾਕੀ ਤੇ ਸਿਆਸਤ 'ਚ ਫਰਕ ਬਹੁਤ, ਉੱਥੇ ਤਾਂ ਮੈਰਿਟ ਆ, ਉੱਥੇ ਤਾਂ ਪਹਿਲਾਂ ਪਲੇਅਰ ਮੈਰਿਟ ਤੇ ਚੁਣੇ ਜਾਂਦੇ ਆ, ਇੱਥੇ ਤਾਂ ਕੋਈ ਮੈਰਿਟ ਹੀ ਨਹੀਂ ਹੈਗੀ। ਕਿਉਂ? ਲੋਕ ਅਧਿਕਾਰ ਲਹਿਰ ਮੈਰਿਟ ਤੇ ਚੁਣੇਗੀ। ਲੋਕ ਅਧਿਕਾਰ ਲਹਿਰ ਨੇ ਜਿਹੜੇ ਤੁਹਾਡੇ ਬਰਾਬਰ ਉਰੇ ਤਾਂ ਜਿਹੜਾ ਕਹਿੰਦਾ ਨਾ ਸਾਮ ਦਾਮ ਦੰਡ ਵੇਦ ਰਾਜਨੀਤੀ, ਇਹ ਮੋਰਲ ਪੇਸ਼ਾ, ਮੋਰੈਲਿਟੀ ਨਾਂ ਦੀ ਕੋਈ ਚੀਜ਼ ਨਹੀਂ। ਯਾਦਵਿੰਦਰ ਜੀ, ਤੁਹਾਨੂੰ ਹਰਾਉਣ ਲਈ, ਤੁਹਾਨੂੰ ਖਤਮ ਕਰਨ ਦੇ ਲਈ ਸਭ ਕੁਝ ਕੀਤਾ ਜਾਂਦਾ। ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਦੀ ਲੜਾਈ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਵਾਲਿਆਂ ਦੇ ਵਿੱਚ ਤੇ ਪੰਜਾਬ ਦੇ ਲੁੱਟੇ ਜਾਣ ਵਾਲਿਆਂ ਦੇ ਵਿੱਚ, ਜਿਹੜੇ ਪੰਜਾਬ ਦੇ ਮਾਲਕ ਹੈ ਉਹਨਾਂ ਦੇ ਵਿੱਚ ਹੋਏਗੀ। ਔਰ ਲੋਕ ਅਧਿਕਾਰ ਲਹਿਰ ਲੋਕਾਂ ਦੇ ਵਿੱਚੋਂ ਨੁਮਾਇੰਦੇ ਦੇਵੇਗੀ। ਲੋਕ ਉਹਦੀ ਇਲੈਕਸ਼ਨ ਲੜਨਗੇ। ਤੁਸੀਂ ਹੈਰਾਨ ਹੋਵੋਗੇ ਕਿ ਲੋਕ ਅਧਿਕਾਰ ਲਹਿਰ ਨੇ ਫੈਸਲਾ ਕੀਤਾ ਕਿ ਤੁਹਾਡਾ ਉਮੀਦਵਾਰ ਚੋਣ ਫੰਡ ਨਹੀਂ ਫੜ ਸਕਦਾ। ਚੋਣ ਫੰਡ ਜਿਸ ਵੇਲੇ ਲੋਕ ਦਿੰਦੇ ਨੇ, ਕੌਣ ਦਿੰਦੇ ਨੇ? ਲੱਖ ਰੁਪਈਆ, 2 ਲੱਖ ਰੁਪਈਆ, ਜਿਨ੍ਹਾਂ ਨੇ ਰੇਤਾ ਬਜਰੀ ਵੇਚਣੀ ਹੈ, ਜਿਨ੍ਹਾਂ ਨੇ ਜ਼ਮੀਨਾਂ ਦੱਬਣੀਆਂ ਨੇ, ਜਿਨ੍ਹਾਂ ਨੇ ਥਾਣਿਆਂ 'ਚ SHO ਤੇ ਡਿਪਟੀ ਲੱਗ ਕੇ ਛਿੱਲ ਪੱਟਣੀ ਹੈ। ਸੋ ਲੋਕ ਅਧਿਕਾਰ ਲਹਿਰ ਦਾ ਉਮੀਦਵਾਰ ਜੇ ਅਖੀਰਲੇ ਦਿਨ ਵੀ ਪਤਾ ਲੱਗ ਜਾਂਦਾ ਹੈ ਕਿ ਕਿਸੇ ਤੋਂ ਇਹਨੇ ਚੋਣ ਫੰਡ ਲਿਆ ਹੈ, ਤਾਂ ਹਲਕਾ ਕਮੇਟੀ ਉਹਦੀ ਉਮੀਦਵਾਰੀ ਨੂੰ ਕੈਂਸਲ ਕਰੇਗੀ ਔਰ ਅਪੀਲ ਕਰੇਗੀ ਲੋਕਾਂ ਨੂੰ ਕਿ ਇਹਨੂੰ ਵੋਟ ਨਹੀਂ ਪਾਉਣੀ। ਇੰਨੇ ਸ਼ੁੱਧ ਬੰਦੇ ਮਿਲ ਗਏ ਤੁਹਾਨੂੰ? 101% ਲੋਕ ਤਾਂ ਹੈਗੇ ਹੀ ਸ਼ੁੱਧ ਨੇ। ਬੰਦੇ ਜਿਹੜੇ ਤੁਹਾਡੇ ਉਮੀਦਵਾਰ ਨੇ ਉਹ ਮਿਲ ਰਹੇ ਨੇ, ਹਲਕਾ ਕਮੇਟੀਆਂ ਉਹ ਬੰਦੇ ਲੱਭ ਰਹੀਆਂ ਨੇ, ਔਰ ਹਲਕੇ ਦੇ ਵਿੱਚ ਸਾਰਿਆਂ ਲੋਕਾਂ ਨੂੰ ਐਪਲੀਕੇਸ਼ਨ ਦੇਣ ਲਈ ਬੇਨਤੀ ਕਰਾਂਗੇ। ਉਸ ਤੋਂ ਬਾਅਦ ਉਹਨਾਂ ਦੀ ਸਕਰੀਨਿੰਗ ਹੋਏਗੀ, ਹਲਕਾ ਕਮੇਟੀ ਫੈਸਲਾ ਕਰੇਗੀ ਕਿ ਕਿਸ ਬੰਦੇ ਨੂੰ ਤੁਸੀਂ ਟਿਕਟ ਦੇਣੀ ਹੈ। ਮਿਲਣਗੇ। ਇਹ ਪੰਜਾਬ ਨੇ ਹਮੇਸ਼ਾ ਇਤਿਹਾਸ ਸਿਰਜਿਆ। ਤੁਸੀਂ ਕਿਹੜਾ ਬਦਲੋ? ਤੀਜਾ ਬਦਲੋ, ਚੌਥਾ ਬਦਲੋ, ਪੰਜਵਾਂ ਬਦਲੋ, ਛੇਵਾਂ ਬਦਲੋ? ਹੁਣ ਤੱਕ ਦੀ, ਕਿਉਂਕਿ ਆਪ ਕਹਿੰਦੇ ਤੀਜਾ ਬਦਲ ਅਸੀਂ ਆ, ਚੌਥਾ ਬਦਲ ਢੀਂਡਸੇ ਹੋਰੀ ਲਾ ਲਓ, ਪੰਜਵੇਂ ਬਦਲ ਵੀ ਤੁਰੇ ਫਿਰਦੇ ਨੇ, ਕਿਹੜਾ ਬਦਲੋ ਤੁਸੀਂ? ਦੇਖੋ ਸਵਾਲ ਇਹ ਹੈ, ਅਸੀਂ ਹੁਣ ਤੱਕ ਦੀ ਭ੍ਰਿਸ਼ਟ ਰਾਜਨੀਤਿਕ ਵਿਵਸਥਾ ਦਾ ਇੱਕ ਬਦਲਾ। ਇਹ ਜਿੰਨੇ ਬੰਦੇ ਵੀ ਨੇ ਇਹਦੇ ਚ ਸਾਰਿਆਂ ਨੇ ਫੈਸਲਾ ਕੈਪਟਨ ਬਾਦਲ ਕੇਜਰੀਵਾਲਾਂ ਨੇ 117 ਬੰਦਿਆਂ ਦਾ ਕਰਨਾ ਹੈ। ਠੀਕ ਹੈ। ਲੋਕ ਅਧਿਕਾਰ ਲਹਿਰ ਦਾ ਫੈਸਲਾ ਜਿਹੜਾ ਹੈਗਾ ਉਹ ਹਲਕਾ ਕਮੇਟੀ ਨੇ ਕਰਨਾ ਹੈ। ਅਸੀਂ ਸੂਝਵਾਨ ਲੋਕ ਜਿਹੜੇ ਆ ਉਹਨਾਂ ਨੂੰ ਇਕੱਠੇ ਕਰ ਰਹੇ ਹਾਂ, ਔਰ ਇਹਦਾ ਨਤੀਜਾ ਆਏਗਾ। ਮੈਂ ਤੁਹਾਡੇ ਜਰੀਏ ਵੀ ਇਹ ਬੇਨਤੀ ਕਰਨਾ ਚਾਹੁੰਦਾ ਲੋਕਾਂ ਨੂੰ ਕਿ ਲੋਕ ਅਧਿਕਾਰ ਲਹਿਰ ਦੇ ਨਾਲ ਜੁੜੋ। ਸਾਡਾ ਖੁੱਲਾ ਸੱਦਾ ਹੈ ਕਿ ਜਿਸ ਬੰਦੇ ਦੇ ਕੋਲ ਸਮਝਦਾਰੀ ਹੈ, ਜਿਸ ਬੰਦੇ ਦੇ ਕੋਲ ਪੰਜਾਬ ਪ੍ਰਤੀ ਦਰਦ ਹੈ ਔਰ ਇਮਾਨਦਾਰੀ ਹੈ, ਤਿਆਗ ਔਰ ਸਮਰਪਣ ਦੀ ਭਾਵਨਾ ਹੈ, ਉਹ ਸੱਚਮੁੱਚ ਪੰਜਾਬ ਨੂੰ ਬਚਾਉਣਾ ਚਾਹੁੰਦਾ ਹੈ, ਉਹ ਸੱਚਮੁੱਚ ਆਪਦੇ ਘਰ ਨੂੰ ਬਚਾਉਣਾ ਚਾਹੁੰਦਾ ਹੈ, ਤਾਂ ਉਹ ਲੋਕ ਅਧਿਕਾਰ ਲਹਿਰ ਦੇ ਨਾਲ ਜੁੜੇ। ਜੇ 2022 ਚ ਲੋਕ ਰਿਸਪੌਂਸ ਨਹੀਂ ਕਰਦੇ, ਮੰਨ ਲਓ ਹਾਂਜੀ, ਫਤਵਾ ਹੁੰਦਾ ਲੋਕਤੰਤਰ ਦੇ ਅੰਦਰ, ਲੜਾਈ ਜਾਰੀ ਰਹੇਗੀ ਜੀ, ਜਾਰੀ ਰਹੇ। ਆਪਦੇ ਘਰ ਲਈ ਲੜਨਾ ਹੈ, ਬਿਲਕੁਲ ਵੀ ਨਹੀਂ ਜੀ। ਨੌਕਰੀ ਜਿਹੜੀ ਹੈ, ਕਹੋਗੇ ਫਿਰ ਕਿਉਂ ਨਹੀਂ ਕੀਤਾ ਲੋਕਾਂ ਨੇ ਰਿਸਪੌਂਸ? ਨਹੀਂ, ਦੇਖੋ ਸਵਾਲ ਇਹ, ਅਸੀਂ ਕਹਾਂਗੇ ਵੀ ਸਾਡੇ 'ਚ ਕਮੀ ਰਹਿ ਗਈ ਕੋਈ, ਅਸੀਂ ਪੂਰੀ ਤਰ੍ਹਾਂ ਸਮਝਾ ਨਹੀਂ ਸਕੇ। ਠੀਕ ਆ, ਅਸੀਂ ਉਹ ਲੜਾਈ ਲਗਾਤਾਰ ਜਾਰੀ ਰੱਖਾਂਗੇ। ਉਸ ਤੋਂ ਬਾਅਦ 2024 ਦੀਆਂ ਵੋਟਾਂ ਆਉਣਗੀਆਂ, 2027 ਦੀਆਂ ਆਉਣਗੀਆਂ, ਅਸੀਂ ਲੋਕਾਂ ਨੂੰ ਜਗਾਉਂਦੇ ਰਹਾਂਗੇ। ਲੋਕ ਅਧਿਕਾਰ ਲਹਿਰ ਦੇ ਅਸੀਂ ਦੇਖਦੇ ਹਾਂ ਜਦੋਂ ਕੋਈ ਪਾਰਟੀ ਹਾਰ ਜਾਂਦੀ ਹੈ ਨਾ, ਵੱਡੀਆਂ ਵੱਡੀਆਂ ਪਾਰਟੀਆਂ 6-6 ਮਹੀਨੇ ਸਾਲ ਉਹ ਲੋਕਾਂ 'ਚ ਨਹੀਂ ਜਾਂਦੀਆਂ। ਅਸੀਂ ਰਹਿਣਾ ਹੀ ਲੋਕਾਂ 'ਚ ਹੈ ਜੀ। 2016 ਦੇ ਵਿੱਚ ਲੋਕ ਅਧਿਕਾਰ ਲਹਿਰ ਨੇ ਕੰਮ ਸ਼ੁਰੂ ਕੀਤਾ ਹੈ। 2016 ਤੋਂ ਲੈ ਕੇ ਅੱਜ ਤੱਕ ਕੰਟੀਨਿਊਟੀ ਹਮੇਸ਼ਾ ਬਣੀ ਹੋਈ ਹੈ। ਤੁਸੀਂ ਹੈਰਾਨ ਹੋਵੋਗੇ, 117 ਵਿਧਾਇਕ ਚੁਣ ਕੇ ਭੇਜਿਆ, ਕਿਸੇ ਨੇ ਵੀ ਗੱਲ ਨਹੀਂ ਕੀਤੀ 2017 ਦੇ ਪੈਨਸ਼ਨਾਂ ਦੇ ਬਕਾਏ ਦੀ। 22 ਲੱਖ ਲੋਕਾਂ ਦਾ ਬਕਾਇਆ ਔਰ 740 ਕਰੋੜ ਰੁਪਈਆ। ਲੋਕ ਅਧਿਕਾਰ ਲਹਿਰ ਉਹਦੀ ਲੜਾਈ ਲੜ ਰਹੀ ਹੈ। ਇਹ ਸਿਰਫ ਮੈਂ ਕਹਿ ਰਿਹਾ ਕਿ ਜਦੋਂ ਕੋਈ ਬੰਦਾ ਕੋਈ ਕੰਮ ਕਰਦਾ, ਹਾਂਜੀ, ਹੋਣੀ ਚਾਹੀਦਾ ਉਹ 'ਚ ਇੰਨਾ ਕੌਨਫੀਡੈਂਸ ਜਿੰਨਾ ਤੁਹਾਡੇ 'ਚ ਹੈਗਾ, ਉਹ 'ਚ ਪੂਰਾ ਕੌਨਫੀਡੈਂਸ ਹੁੰਦਾ ਕਿ ਮੈਂ ਫੱਟੇ ਚੱਕ ਦੂੰ। ਦੇਖੋ ਹਨਾ, ਮੈਂ ਕਹਿ ਰਿਹਾ ਹੈਗਾ ਕਿ ਇਹ ਸਿਆਸੀ ਸਟੇਟਮੈਂਟਾਂ ਨੇ, ਜਾਂ ਤੁਹਾਨੂੰ ਉਮੀਦ ਆ ਵੀ ਤੁਹਾਨੂੰ ਕੋਈ 5 ਸੀਟਾਂ, 10 ਸੀਟਾਂ, 20 ਸੀਟਾਂ, 30 ਸੀਟਾਂ, 40 ਸੀਟਾਂ, ਕੋਈ ਤੁਹਾਨੂੰ ਉਮੀਦ ਹੈ ਕਿ ਸਾਡੀਆਂ ਆ ਜਾਣਗੀਆਂ? ਹਾਂ, ਦੇਖੋ ਸਵਾਲ ਇਹ ਹੈ, ਜਾਂ ਸਿਰਫ ਸਿਆਸੀ ਸਟੇਟਮੈਂਟਾਂ ਨੇ ਦੇ ਰਹੇ ਹੋਗੇ ਕਿ ਨਹੀਂ, ਅਸੀਂ ਸਿਆਸੀ ਨਹੀਂ ਹਾਂ, ਅਸੀਂ ਕੋਈ ਮਾਹੌਲ ਨਹੀਂ ਬਣਾ ਰਹੇ, ਮਾਹੌਲ ਤਾਂ ਲੋਕ ਬਣਾ ਰਹੇ ਨੇ ਔਰ ਪੋਲੀਟੀਕਲ ਪਾਰਟੀਆਂ ਬਣਾ। ਮੈਂ ਪੁੱਛਦਾ ਕਿੰਨੀਆਂ ਸੀਟਾਂ ਤੁਹਾਨੂੰ ਅੱਜ ਦੇ ਟਾਈਮ ਲੱਗਦਾ ਤੁਹਾਡੀਆਂ ਆ ਜਾਣਗੀਆਂ? ਦੇਖੋ, ਅਸੀਂ ਤਕਰੀਬਨ 63 ਹਲਕਿਆਂ ਦੇ ਵਿੱਚ ਕਮੇਟੀਆਂ ਦਾ ਗਠਨ ਜਿਹੜਾ ਹੈਗਾ ਉਹ ਸ਼ੁਰੂ ਕਰ ਦਿੱਤਾ ਹੈ। ਠੀਕ ਹੈ, ਔਰ ਅਸੀਂ 117 ਦੇ 17 ਹਲਕਿਆਂ ਤੇ ਇਲੈਕਸ਼ਨ ਲੜਨ ਦਾ ਯਤਨ ਕਰਾਂਗੇ। ਪਰ ਇਸ ਤਰ੍ਹਾਂ ਕਿ ਅਕਤੂਬਰ ਤੱਕ, ਮੈਂ ਅੱਜ ਪੁੱਛਦਾ, ਅੱਜ ਇਲੈਕਸ਼ਨ ਹੋ ਜੇ, ਤੁਸੀਂ ਕਿੰਨੀਆਂ ਸੀਟਾਂ ਜਿੱਤਦੇ ਹੋ? ਅੱਜ ਅਸੀਂ ਸਰਕਾਰ ਬਣਾਉਣ ਦੀ ਸਥਿਤੀ 'ਚ ਇਹ ਤਾਂ ਪੋਲੀਟੀਕਲ ਸਟੇਟਮੈਂਟ ਹੈਗੀ। ਨਹੀਂ, ਐਸੀ ਕੋਈ ਗੱਲ ਨਹੀਂ ਹੈ। ਲੋਕਾਂ ਦਾ ਮਾਨਸਿਕ ਪੱਧਰ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਇਸ ਗੱਲ ਦੇ ਲਈ ਰਾਜੀ ਹੈ ਕਿ ਲੋਕ ਆਪਦਾ ਨੁਮਾਇੰਦਾ ਆਪ ਚੁਣਨ। ਇਹ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਦੇਖ ਲਓ। ਰਿਸਪੌਂਸ ਅਸੀਂ ਤੁਹਾਡਾ ਜਦੋਂ ਕਦੇ ਪੁੱਛਦੇ ਆਂਗੇ ਕਿ ਕਿਹੜੀ ਪਾਰਟੀ ਜਿੱਤੂ ਪੰਜਾਬ 'ਚ, ਅਸੀਂ ਤੁਹਾਡੀ ਪਾਰਟੀ ਦਾ ਹੀ ਪਾ ਦਿੰਦੇ ਆ। ਲੋਕ ਅਧਿਕਾਰ ਲਹਿਰ ਵੀ ਲਿਖਦੇ ਆ, ਉਹ ਤੇ ਬਹੁਤ ਘੱਟ ਰਿਸਪੌਂਸ ਆਇਆ ਹੁੰਦਾ। ਤੁਸੀਂ ਹਰ ਹਫਤੇ ਜਿਹੜਾ ਤੁਹਾਡੇ ਬੰਦੇ ਵੀ ਹੈਗਾ ਸੋਸ਼ਲ ਮੀਡੀਆ ਤੇ ਬਾਵਜੂਦ ਵੀ। ਦੇਖੋ ਸਵਾਲ ਇਹ ਹੈ, ਤੁਸੀਂ ਹਰ ਹਫਤੇ ਮੌਕਾ ਦਿਓ। ਆਪਣੇ ਪੰਜਾਬ 'ਚ 7 ਪਾਰਟੀਆਂ ਨੇ ਨਾ,
ਤੁਸੀਂ 7 ਦਿਨਾਂ ਬਾਅਦ ਤਾਂ ਸਾਨੂੰ ਆਪਦੇ ਚੈਨਲ ਤੇ ਨਹੀਂ, ਬੁਲਾਓ। ਸਾਡੇ ਦੇਖੋ ਰਾਜਨੀਤੀ ਕਦੇ ਤੁਹਾਨੂੰ ਲੱਗਦਾ ਰਾਜਨੀਤੀ ਮੀਡੀਆ ਖੜੀ ਕਰ ਦਿੰਦਾ ਹੈਗਾ? ਰਾਜਨੀਤੀ ਤੇ ਗਰਾਊਂਡ ਤੇ ਖੜੀ ਹੁੰਦੀ ਹੈ ਨਾ। ਦੇਖੋ ਸਵਾਲ ਇਹ ਹੈ ਕਿ ਉਹਦੇ ਵਿੱਚ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ। ਨਹੀਂ, ਮੈਂ ਇਹ ਕਹਿ ਰਿਹਾਗਾ ਕਿ ਤੁਹਾਨੂੰ ਇਹ ਸਟੇਟਮੈਂਟ ਤਾਂ ਤੁਹਾਡੀ ਪੋਲੀਟੀਕਲ ਸਟੇਟਮੈਂਟ ਆ ਵੀ ਇਸ ਤਾਂ ਸਰਕਾਰ ਬਣਾ ਰਹੇ ਆ, ਤਾਂ ਕੋਈ ਵੀ ਕਹੂਗਾ, ਅੱਜ ਕਿਸੇ ਮਰਜ਼ੀ ਤੋਂ ਪੁੱਛ ਲਓ। ਨਹੀਂ, ਮੈਂ ਤੁਹਾਨੂੰ ਮੈਂ ਸੱਚ ਪੁੱਛ ਰਿਹਾ ਕਿ ਗਰਾਊਂਡ ਰਿਐਲਿਟੀ ਕੀ ਹੈ। ਮੈਂ ਤੁਹਾਨੂੰ ਸੱਚ ਦੱਸਿਆ ਕਿ 63 ਹਲਕਿਆਂ ਦੇ ਵਿੱਚ ਉੱਥੋਂ ਦੇ ਅਸੀਂ ਅਜੇ ਕਮੇਟੀਆਂ 63 ਚ ਬਣੀਆਂ ਨੇ, ਹਲਕੇ ਤੁਸੀਂ ਸਰਕਾਰ ਬਣਾ ਰਹੇ ਹੋ, ਤਾਂ ਮਤਲਬ 59 ਸੀਟਾਂ ਆ ਜਾਣਗੀਆਂ 63 ਚ ਤੁਹਾਡੇ ਕੋਲ। ਦੇਖੋ ਸਵਾਲ ਇਹ ਹੈ, ਅੱਜ ਤਾਂ ਚੋਣਾਂ ਹੀ ਨਹੀਂ ਹੋਣੀਆਂ, ਚੋਣਾਂ 2022 ਚ ਹੋਣੀਆਂ ਨੇ, ਠੀਕ ਹੈ ਨਾ। ਇਹ ਤਾਂ ਸਵਾਲ ਤੁਸੀਂ ਆਪਦਾ ਮਨੋਕਲਪਤ ਸਵਾਲ ਹੈ ਮੈਂ ਉਹੀ ਤੁਹਾਡਾ। ਕਹਿ ਰਿਹਾ, ਮੈਂ ਅੱਜ ਪੁੱਛ ਰਿਹਾ ਨਾ ਵੀ ਅੱਜ ਚੋਣਾਂ ਹੋ ਜਾਣ। ਨਹੀਂ, ਅੱਜ ਚੋਣਾਂ ਹੋਣੀਆਂ ਹੀ ਨਹੀਂ। ਮੈਂ ਤਾਂ ਜੇਲ੍ਹ ਆ ਕੇ ਪੁੱਛ ਰਿਹਾ ਨਾ। ਪਰ ਸਵਾਲ ਇਹ ਹੈ ਕਿ ਚੋਣਾਂ ਹੋਣਗੀਆਂ, ਕੋਈ ਮਹੀਨਾ 20 ਦਿਨ ਹੋਊਗਾ। ਫਿਰ ਤੁਸੀਂ ਲੇਟ ਨਹੀਂ ਹੋਗੇ? ਤੁਸੀਂ ਲੇਟ ਨਹੀਂ ਹੋਗੇ? ਬਿਲਕੁਲ ਨਹੀਂ। ਜਦੋਂ ਕੜਾਹਾ ਤੁਸੀਂ ਨਹੀਂ, ਤੁਸੀਂ 2017 ਤੋਂ ਕਿਉਂ ਨਹੀਂ ਸ਼ੁਰੂ ਹੋਏ? ਤੁਸੀਂ 17 ਤੋਂ ਸ਼ੁਰੂ ਹੋ ਜਾਂਦੇ, 22 ਤੱਕ ਆਉਂਦੇ ਆਉਂਦੇ ਤੁਹਾਡਾ ਕੁਛ ਨਾ ਕੁਛ। ਦੇਖੋ ਸਵਾਲ ਇਹ ਆ, ਆਮ ਆਦਮੀ ਪਾਰਟੀ ਤੋਂ ਇੱਕ ਉਮੀਦ ਸੀ, ਠੀਕ ਹੈ, ਅਸੀਂ ਤਾਂ ਮਜਬੂਰੀ ਚ ਆਏ ਆ। ਅਗਰ ਆਪ ਚੰਗਾ ਕੰਮ ਕਰਦੀ ਤਾਂ ਅਸੀਂ ਆਪ ਦੇ ਨਾਲ ਹੋਣਾ ਸੀਗਾ। ਹੁਣ ਉਹ ਜਿਹੜੇ ਬੰਦੇ ਅੱਛਾ, ਇੱਕ ਗੱਲ ਇਹ ਕਹੀ ਜਾਂਦੀ ਹੈ ਕਿ ਜਿਹੜੀ ਵੀ ਕੋਈ ਤੀਜੀ ਧਿਰ ਬਣਦੀ ਹੈ, ਮੰਨ ਲਓ ਜਦੋਂ ਕਿ ਤੁਹਾਡੇ ਵਰਗੇ ਸਪੋਇਲਰ ਕਿਹਾ ਜਾਂਦਾ ਤੁਹਾਨੂੰ ਉਹਨਾਂ ਦੀ ਭਾਸ਼ਾ 'ਚ, ਹਾਂਜੀ ਹਾਂ ਠੀਕ ਹੈ, ਉਹ ਤੁਹਾਨੂੰ ਕਹਿੰਦੇ ਆ ਗਏ ਵਿੱਚੇ 200-400 ਵੋਟ, ਕਿਉਂਕਿ ਪੰਜਾਬ ਦੀਆਂ ਜ਼ਿਆਦਾਤਰ ਸੀਟਾਂ ਦੇ ਉੱਤੇ ਹਾਰ ਜਿੱਤ ਆ ਜਿਹੜੀ ਉਹ 1000 ਤੋਂ ਘੱਟ ਵੋਟਾਂ ਦੇ ਫਰਕ ਨਾਲ ਹੁੰਦੀ ਹੈ। ਠੀਕ ਹੈ, ਤੁਸੀਂ ਹਲਕੇ ਕੱਢ ਕੇ ਦੇਖ ਲਓ, ਪਿਛਲੀਆਂ ਚੋਣਾਂ ਦੇ ਰਿਜ਼ਲਟ ਕੱਢ ਕੇ ਦੇਖ ਲਓ, ਠੀਕ ਹੈ, ਲੋਕ ਸਭਾ ਦੇ ਕੱਢ ਕੇ ਦੇਖ ਲਓ, ਵਿਧਾਨ ਸਭਾ ਦੇ ਹਲਕਿਆਂ ਮੁਤਾਬਕ, ਹਾਂਜੀ, ਤਾਂ ਉਹ ਤੁਹਾਨੂੰ ਸਪੋਇਲਰ ਗਿਣਦੇ ਨੇ ਕਿ ਲੋਕ ਕਹਿੰਦੇ ਕਿ ਜੇ ਵੰਡੀਆਂ ਨਾ ਜਾਣ ਵੋਟਾਂ, ਜਿਹੜੀ ਕੋਈ ਵੀ ਆਪੋਜੀਸ਼ਨ ਹੋਵੇ, ਇੱਕ ਸਥਾਪਿਤ ਪਾਰਟੀ ਉਹਨਾਂ ਖਿਲਾਫ ਜਿਹੜਾ ਕੋਈ ਖੜਾ ਹੁੰਦਾ, ਉਹ ਇੱਕ ਫਰੰਟ ਤੇ ਹੋਣ। ਕਦੇ ਐ ਸੋਚਿਆ ਕਿ ਕਿਤੇ ਤੁਹਾਡੀਆਂ ਵੋਟਾਂ 'ਚ? ਦੇਖੋ ਸਵਾਲ ਇਹ ਹੈ ਕਿ ਅਸੀਂ ਆਮ ਆਦਮੀ ਪਾਰਟੀ ਸਮੇਤ, ਆਪ ਨਹੀਂ, ਮੈਂ ਸਾਰਿਆਂ ਦੀ ਗੱਲ ਹੀ ਕਰਦਾ ਜਿਹੜੀ, ਚਲੋ ਮਤਲਬ ਅਸੀਂ ਅਕਾਲੀ ਕਾਂਗਰਸ ਨੂੰ ਤਾਂ ਛੱਡ ਦਿਓ, ਉਹਨਾਂ ਦਾ ਤਾਂ ਖੂਨ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਭ੍ਰਿਸ਼ਟ ਤੇ ਗੰਦਾ ਹੋ ਚੁੱਕਿਆ, ਉੱਥੋਂ ਕੁਝ ਨਹੀਂ ਲੱਭਣਾ, ਠੀਕ ਹੈ। ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਅੱਛੇ ਨੇ ਔਰ ਅੱਛਾ ਹੋਣਾ ਲੋਚਦੇ ਆ, ਹਾਲਾਂਕਿ ਉਹਦੇ ਆਗੂ ਜਿਹੜੇ ਹੈਗੇ ਨੇ ਉਹ ਬਿਲਕੁਲ ਗੰਭੀਰ ਨਹੀਂ ਹੈ। ਕੱਲ ਸੇਵਾ ਸਿੰਘ ਸੇਖਵਾਂ ਨੂੰ ਲੈ ਲਿਆ, ਹਨਾ, ਹੋਰ ਆਪਾਂ ਗੱਲ ਤੇ ਰਹੀਏ, ਮੇਨ ਗੱਲ ਤੇ ਰਹੀਏ। ਹਾਂ, ਮਤਲਬ ਸਵਾਲ ਇਹ ਹੈ ਕਿ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਮਤਲਬ ਨਵੀਆਂ ਆਈਆਂ ਨੇ, ਹੁਣ ਕੇਸੀ ਸਿੰਘ ਹੁਰੀ ਨੇ ਜਾਂ ਚੰਨਣ ਸਿੰਘ ਹੁਰੀ ਨੇ, ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਆ ਕਿ ਅਸੀਂ ਤੁਹਾਡੇ ਪਿੱਛੇ ਲੱਗਣ ਵਾਸਤੇ ਤਿਆਰ ਆ, ਪਰ ਤੁਸੀਂ ਇੱਕ ਗੱਲ ਮੰਨ ਜਾਓ ਕਿ ਹਲਕੇ ਦੇ ਲੋਕ ਇਹ ਫੈਸਲਾ ਕਰਨ ਕਿ ਉਹਨਾਂ ਦਾ ਉਮੀਦਵਾਰ ਕੌਣ ਹੋਏਗਾ। ਕਮੇਟੀਆਂ ਬਣ ਰਹੀਆਂ ਨੇ, ਤਾਂ ਉਹੀ ਹੈ ਨਾ, ਲੜਾਈ ਉੱਥੇ ਵੀ ਚੌਧਰ ਦੀ ਹੈ, ਫਿਰ ਇੱਥੇ ਵੀ ਚੌਧਰ ਦੀ ਆ ਜਾਂਦੀ ਹੈ। ਕੌਣ ਕਿਹਦੀ ਅਗਵਾਈ ਕਬੂਲੇ, ਇਹ ਵੱਡਾ ਮਸਲਾ ਹੋ ਜਾਂਦਾ ਨਾ। ਲੋਕ ਅਧਿਕਾਰ ਲਹਿਰ ਕਿਉਂ ਕੇਸੀ ਸਿੰਘ ਦੀ ਕਬੂਲੇ, ਕੇਸੀ ਸਿੰਘ ਕਿਉਂ ਤੁਹਾਡੀ ਕਬੂਲਣ, ਕੋਈ ਦੂਜਾ ਕਿਉਂ ਕਬੂਲੇ, ਇਹੀ ਤਾਂ ਲੜਾਈਆਂ ਹੁੰਦੀਆਂ ਨੇ। ਦੇਖੋ ਅਸੀਂ ਕੱਲਾ ਬੰਦਾ ਜਿਹੜਾ ਹੈਗਾ ਉਹਨੂੰ ਤੇ ਪ੍ਰਵਾਨਗੀ ਦਿੰਦੇ ਹੀ ਨਹੀਂ, ਠੀਕ ਹੈ। ਅਸੀਂ ਤੇ ਕਹਿੰਦੇ ਆ ਵੀ ਸਮੂਹਕ ਰੂਪ ਚ, ਜਿਵੇਂ 1699 ਚ ਗੁਰੂ ਗੋਬਿੰਦ ਸਿੰਘ ਜੀ ਨੇ ਪੰਚਾਇਤ ਰੂਪ ਦੇ ਵਿੱਚ ਅਗਵਾਈ ਨੂੰ ਪ੍ਰਵਾਨ ਕੀਤਾ, ਅੱਜ ਉਸ ਚੀਜ਼ ਦੀ ਜ਼ਰੂਰਤ ਹੈ, ਠੀਕ ਹੈ। ਸੋ ਪਰ ਲੋਕ ਰਾਜ ਜਿਹੜਾ ਹੈਗਾ ਉਹਦੇ ਚ ਇੱਕ ਬੰਦਾ ਫੈਸਲਾ ਕਰਦੇ ਵੀ 117 ਬੰਦੇ ਕੌਣ ਹੋਣਗੇ, ਇਹ ਗਲਤ ਹੈ, ਇਹ ਲੋਕ ਰਾਜ ਨਹੀਂ ਹੈ। ਸੋ ਹਰ ਹਲਕੇ ਦੇ ਵਿੱਚ ਤੁਸੀਂ ਲੋਕਾਂ ਨੂੰ ਮੌਕਾ ਦਿਓ, ਅਸੀਂ ਜਿਹੜਾ ਵੀ ਬੰਦਾ ਇਹ ਪ੍ਰਵਾਨ ਕਰੇਗਾ ਅਸੀਂ ਉਹਦੇ ਪਿੱਛੇ ਲੱਗਣਾ। ਇਕੱਠੇ ਹੋ ਸਕਦੇ ਹੋ ਬਿਲਕੁਲ, ਇਸ ਸ਼ਰਤ ਤੇ ਕਿ ਅਸੀਂ ਲੋਕਾਂ ਨੂੰ ਨੁਮਾਇੰਦਾ ਚੁਣਨ ਦੀ ਖੁਦ ਮੁਖਤਿਆਰੀ ਦਈਏ। ਸ਼ਰਤਾਂ ਤਾਂ ਕੁਝ ਉਹਨਾਂ ਦੀਆਂ ਹੋਣੀਆਂ, ਕੁਝ ਤੁਹਾਡੀਆਂ ਹੋਣੀਆਂ, ਤਾਂ ਛੱਡਣੀਆਂ ਪੈਂਦੀਆਂ ਨੇ ਨਾ ਜਦੋਂ ਸਮਝੌਤੇ ਹੁੰਦੇ ਨੇ। ਦੇਖੋ ਸਵਾਲ ਇਹ ਹੈ, ਲੋਕ ਰਾਜ ਤਾਂ ਸ਼ਰਤ ਹੈ ਨਾ, ਜੇ ਅਸੀਂ ਲੋਕਤੰਤਰਿਕ ਦੇਸ਼ 'ਚ ਰਹਿਣਾ ਹੈ, ਇਹ ਸ਼ਰਤ ਤਾਂ ਸਾਰਿਆਂ ਨੂੰ ਪ੍ਰਵਾਨ ਕਰਨੀ ਪਊ, ਮੁੱਢਲੀ ਹੈ, ਠੀਕ ਹੈ। ਅਸੀਂ ਕੇਵਲ ਤੇ ਕੇਵਲ ਮੁੱਢਲੀ ਸ਼ਰਤ ਦੀ ਬੇਨਤੀ ਕਰਦੇ ਹਾਂ, ਅਗਵਾਈ ਅਸੀਂ ਉਹਨਾਂ ਦੀ ਵੀ ਕਬੂਲਣ ਵਾਸਤੇ ਤਿਆਰ ਆ, ਭਾਵੇਂ ਆਮ ਆਦਮੀ ਪਾਰਟੀ ਕਹੇ। ਉਹਦੇ 'ਚ ਫੈਸਲਾ ਕੇਜਰੀਵਾਲ ਜਾਂ ਆਪੂ ਬਣੀ ਕਮੇਟੀ ਨਾ ਕਰੇ, ਹਲਕੇ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਤੁਸੀਂ ਦੇ ਦਿਓ ਕਮੇਟੀ, 150 ਦੀ ਬਜਾਏ 250 ਦੀ ਬਣਾ ਲਓ, ਠੀਕ ਹੈ। ਸਵਾਲ ਇਹ ਹੈ ਉੱਥੇ ਸਿਲੈਕਸ਼ਨ ਹੋ ਜੇ ਜਾਂ ਇਲੈਕਸ਼ਨ ਹੋ ਜੇ, ਜੇ ਤਾਂ ਸਿਲੈਕਸ਼ਨ ਹੋ ਜੇ ਤਾਂ ਬਹੁਤ ਅੱਛਾ ਹੈ, ਤੇ ਨਹੀਂ ਤਾਂ ਫਿਰ ਇਲੈਕਸ਼ਨ ਹੋ ਜੇ, ਜਿਹੜਾ ਬੰਦਾ ਵੱਧ ਵੋਟਾਂ ਲਵੇ। ਆਪਾਂ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਲੋਕ ਅਧਿਕਾਰ ਲਹਿਰ ਕਿਸੇ ਦੇ ਵੀ ਪਿੱਛੇ ਲੱਗਣ ਵਾਸਤੇ ਤਿਆਰ ਹੈ, ਅਕਾਲੀ ਕਾਂਗਰਸ ਤੇ ਭਾਜਪਾ ਨੂੰ ਛੱਡ ਕੇ। ਆਪ ਵਾਲਿਆਂ ਨੂੰ ਵੀ ਕਹਿੰਦੇ ਆ ਕਿ ਆਓ, ਪਰ ਹਲਕੇ ਦੇ ਲੋਕਾਂ ਨੂੰ, ਜਿਹੜਾ ਸਵਰਾਜ ਜੀ ਦੀ ਤੁਸੀਂ ਗੱਲ ਕੀਤੀ ਸੀ, ਜਿਹਦੇ ਕਰਕੇ ਲੋਕਾਂ ਨੇ ਤੁਹਾਨੂੰ ਕਲਾਵੇ 'ਚ ਲਿਆ ਸੀ ਪੰਜਾਬੀਆਂ ਨੇ, ਸੋ ਇਸੇ ਤਰ੍ਹਾਂ ਕੇਸੀ ਸਿੰਘ ਹੋਰਾਂ ਨੂੰ ਵੀ। ਇਹਨੂੰ ਭਗਵੰਤ ਮਾਨ ਨੇ ਇੱਕ ਵਾਰ ਸਟੇਜ ਤੋਂ ਕਹਿੰਦਾ ਸੀ, ਕਹਿੰਦਾ ਮੈਂ ਤਾਂ ਸਵਰਾਜ ਟਰੈਕਟਰ ਸੁਣਿਆਗਾ। ਬਸ ਫਿਰ ਉਹੀ ਹੈ ਨਾ, ਮਜ਼ਾਕੀਆ ਲਹਿਜੇ 'ਚ ਜੇ ਤੁਸੀਂ ਲਾਓਗੇ ਤਾਂ ਉਹਦੇ ਨਤੀਜੇ ਇਹੋ ਹੀ ਹੋਣਗੇ। ਧੰਨਵਾਦ ਬਲਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਉਮੀਦ ਕਰਾਂਗੇ ਤੁਸੀਂ ਬੁਲਾਉਂਦੇ ਰਹੋਗੇ। ਬਿਲਕੁਲ, ਧੰਨਵਾਦ ਜੀ। ਇਹ ਨੇ ਬਲਵਿੰਦਰ ਸਿੰਘ, ਲੋਕ ਅਧਿਕਾਰ ਲਹਿਰ ਪਾਰਟੀ ਤੋਂ, ਤੇ ਲੋਕ ਅਧਿਕਾਰ ਲਹਿਰ ਪਾਰਟੀ ਦਾਅਵਾ ਕਰ ਰਹੀ ਹੈ ਕਿ ਅਗਲਾ ਬਦਲ ਪੰਜਾਬ ਦਾ ਉਹ ਬਣਨਗੇ ਤੇ ਬਣ ਕੇ ਉਹ ਪੰਜਾਬ ਨੂੰ ਠੀਕ ਕਰਨਗੇ। ਦੇਖਦੇ ਹਾਂ ਹੁਣ 2022 ਚ ਕੀ ਹੁੰਦਾ ਹੈ, ਕੌਣ ਸੱਤਾ ਚਾਹੁੰਦਾ ਤੇ ਕੌਣ ਨਹੀਂ ਆਉਂਦਾ।